हाँ जी दोस्तों, क्लास 10वीं वालिਆਂ ਦਾ ਦੇਖਾਂਗੇ ਇੰਗਲਿਸ਼ ਸਬਜੈਕਟ ਦੇ ਬਾਈ ਮੰਥਲੀ ਐਗਜ਼ਾਮ ਨਵੰਬਰ ਦਸੰਬਰ 2022 ਦੇ ਇੰਪੋਰਟੈਂਟ ਕੁਐਸਚਨ ਆਨਸਰ। ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਕੀ ਹੈ ਕਿ ਵਟ ਕਾਊਜ਼ਡ ਡੈਸਪਰੇਸ਼ਨ ਟੂ ਦਾ ਗॉड्स, ਯਾਨੀ ਕਿ ਦੋਸਤੋ ਦੇਵਤਿਆਂ ਦੀ ਨਿਰਾਸ਼ਾ ਦਾ ਕੀ ਕਾਰਨ ਸੀਗਾ। ਤਾਂ देयर वाज अ फाइट बिटवीन द डेमन्स एंड द गॉड्स, यानी कि दोस्तों दैतां ਅਤੇ ਦੇਵਤਿਆਂ ਦੇ ਵਿੱਚ ਲੜਾਈ ਹੋਈ। ਅੱਗੇ ਕੀ ਲਿਖਿਆ, द डेमन्स सीम्ड टू हैव एन अपर हैंड, यानी कि ਜਪਦਾ ਸੀਗਾ ਕਿ ਬਈ ਭੂਤਾਂ ਦਾ ਹੱਥ ਹੈ। ਠੀਕ ਹੈ ਜੀ, ਆਹ ਲੜਾਈ ਦੇ ਵਿੱਚ ਇਸ ਨੇ, ਠੀਕ ਹੈ, ਇਟ ਕਾਊਜ਼ਡ ਡੈਸਪੀਰੇਸ਼ਨ ਟੂ ਦਾ ਗॉड्स, ਯਾਨੀ ਕਿ ਦੋਸਤੋ ਇਸ ਲਈ ਦੋਸਤੋ ਜਿਹੜਾ ਹੈਗਾ ਦੇਵਤਿਆਂ ਦੇ ਵਿੱਚ ਇਹ ਨਿਰਾਸ਼ਾ ਪੈਦਾ ਹੋਈ। ਠੀਕ ਹੈ, ਉਸ ਤੋਂ ਬਾਅਦ ਦੋਸਤੋ ਅਗਲਾ ਪ੍ਰਸ਼ਨ ਕੀ ਹੈ ਕਿ ਹੂ ਡਿਡ द गॉड्स गो टू इन डेस्पिरेशन, यानी कि दोस्तों देवते निराशा ਵਿੱਚ किस ਕੋਲ ਗਏ। ठीक है जी, तो दोस्तों द गॉड्स वेंट टू द लॉर्ड विष्णु, यानी कि देवते भगवान विष्णु ਕੋਲ ਗਏ। दे वांटेड टू नो द वे टू डिफीट द डेमन्स, यानी कि ਉਹ ਭੂਤਾਂ ਨੂੰ ਹਰਾਉਣ ਦਾ ਤਰੀਕਾ ਜਾਣਨਾ ਚਾਹੁੰਦੇ ਸਨ। ਕੌਣ? ਦੇਵਤੇ। ਠੀਕ ਹੈ ਜੀ, ਇਸ ਲਈ ਸਲਾਹ ਲੈਣ ਗਏ ਸੀਗੇ ਭਗਵਾਨ ਵਿਸ਼ਨੂੰ ਕੋਲ। ਅਗਲਾ ਪ੍ਰਸ਼ਨ ਕੀ ਹੈ, ਤਾਂ ਵਟ ਡਿਡ ਲॉर्ड ਵਿਸ਼ਨੂੰ ਐਡਵਾਈਜ਼ द गॉड्स टू डू, यानी कि दोस्तों कि भगवान विष्णु ने देवतिਆਂ ਨੂੰ ਕੀ ਕਰਨ ਦੀ ਜਿਹੜੀ ਹੈਗੀ ਆ ਸਲਾਹ ਦਿੱਤੀ। ਤਾਂ लॉर्ड विष्णु एडवाइज्ड द गॉड्स टू गेट एन माइटी स्वॉर्ड प्रिपेयर्ड फ्रॉम द बोन्स ऑफ सम ग्रेट सिक्स। ਤਾਂ ਦੋਸਤੋ ਭਗਵਾਨ ਵਿਸ਼ਨੂੰ ਨੇ ਦੇਵਤਿਆਂ ਨੂੰ ਹੱਡੀਆਂ ਤੋਂ ਇੱਕ ਸ਼ਕਤੀਸ਼ਾਲੀ ਤਲਵਾਰ ਤਿਆਰ ਕਰਨ ਦੀ ਜਿਹੜੀ ਹੈਗੀ ਆ ਸਲਾਹ ਦਿੱਤੀ। ਠੀਕ ਹੈ ਜੀ, ਕੁਝ ਮਹਾਨ ਰਿਸ਼ੀਆਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਦੋਸਤੋ ਕੀ ਹੈ, ਹੱਡੀਆਂ ਤੋਂ ਦੋਸਤੋ ਇੱਕ ਤਲਵਾਰ ਬਣਾਓ, ਤਦ ਹੀ ਤੁਸੀਂ ਜਿਹੜਾ ਹੈਗਾ ਵਾ ਉਹ ਦੈਤਾਂ ਨੂੰ ਹਰਾ ਸਕਦੇ ਹੋ। ਅੱਗੇ ਦੋਸਤੋ ਕੀ ਲਿਖਿਆ, ਹਾਂਜੀ ਤਾਂ ਅੱਗੇ ਲਿਖਿਆ ਹੋਇਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਵਟ ਵਾਜ਼ ਦਾ, ਅਗਲਾ ਕੁਐਸਚਨ ਹੈ ਵਟ ਵਾਜ਼ ਦਾ ਸੈਕਰੀਫਾਈਸ ਆਫ ਸੰਤ ਦਧੀਚੀ, ਯਾਨੀ ਕਿ ਦੋਸਤੋ ਸੰਤ ਦਧੀਚੀ ਦੀ ਕੁਰਬਾਨੀ ਕੀ ਸੀ। ਤਾਂ ਦੇਖੋ ਦੋਸਤੋ ਹੀ ਲੈਡ ਡਾਊਨ ਹਿਜ਼ ਲਾਈਫ ਸੋ ਦੈਟ ਹਿਜ਼ ਬੋਨਸ ਕੁਡ ਬੀ ਮੇਡ ਇਨਟੂ ਐਨ ਇਨਪੀਕੇਬਲ ਵੈਪਨ ਫॉर द गॉड्स, ਯਾਨੀ ਕਿ ਦੋਸਤੋ ਉਸ ਨੇ ਆਪਣੀ ਜਾਨ ਦੇ ਦਿੱਤੀ ਤਾਂ ਜੋ ਉਸ ਦੀਆਂ ਹੱਡੀਆਂ ਨੂੰ ਦੇਵਤਿਆਂ ਲਈ, ਠੀਕ ਹੈ, ਜਿਹੜਾ ਹੈਗਾ ਜਿੱਤ ਦਾ ਜਿਹੜਾ ਹੈ ਹਥਿਆਰ ਬਣਾਇਆ ਜਾ ਸਕੇ। ਠੀਕ ਹੈ ਜੀ, ਅਜਿੱਤ ਦਾ ਜਿਹੜਾ ਹੈਗਾ ਹਥਿਆਰ ਜਿਹੜਾ ਹੈਗਾ ਬਣਾਇਆ ਜਾ ਸਕੇ, ਇਸ ਲਈ ਉਸ ਨੇ ਆਪਣੀ ਜਿਹੜੀ ਹੈਗੀ ਹੈ ਕੀ ਦੇ ਦਿੱਤੀ, ਆਪਣੀ ਕੁਰਬਾਨੀ ਦੇ ਦਿੱਤੀ। ਉਸ ਤੋਂ ਬਾਅਦ ਹੁਣ ਅਗਲਾ ਪ੍ਰਸ਼ਨ ਕੀ ਹੈ, ਅਗਲਾ ਕੁਐਸਚਨ ਦੋਸਤੋ ਪੰਜਵਾਂ ਕੁਐਸਚਨ ਤੁਸੀਂ ਦੇਖ ਸਕਦੇ ਹੋ, ਵਟ ਇਜ਼ ਰੀਅਲ ਸਪਿਰਿਟ ਬਿਹਾਈਂਡ ਦ ਯਜਨਸ ਪਰਫਾਰਮਡ ਇਨ ਅਵਰ ਹੋਮਸ, ਯਾਨੀ ਕਿ ਸਾਡੇ ਘਰਾਂ ਵਿੱਚ ਜਿਹੜੇ ਹੈਗੇ ਕੀਤੇ ਜਾਂਦੇ ਯੱਗ ਪਿੱਛੇ ਅਸਲ ਆਤਮਾ ਕੀ ਹੈ। ਤਾਂ ਦੋਸਤੋ ਦੇਖੋ ਇਟ ਇਜ਼ ਅ ਸਪਿਰਿਟ ਆਫ ਚੈਰਿਟੀ, ਠੀਕ ਹੈ ਜੀ, ਤੇ ਆਪਣਾ ਰੈਨਿਕੇਸ਼ਨਸ ਸੈਕਰੀਫਾਈਸ ਐਂਡ ਡਿਟੈਚਮੈਂਟ, ਯਾਨੀ ਕਿ ਦੋਸਤੋ ਇਹ ਦਾਨ ਤਿਆਗ ਅਤੇ ਦੋਸਤੋ ਜਿਹੜੀ ਹੈਗਾ ਨਿਰਲਿਪਤਾ ਦੀ ਭਾਵਨਾ ਹੈ। ਅੱਗੇ ਦੋਸਤੋ ਵਟ ਡਸ ਦ ਟ੍ਰੈਡੀਸ਼ਨ ਆਫ ਫੀਡਿੰਗ ਬਰਡਸ ਐਨੀਮਲ ਪ੍ਰੂਵ, ਯਾਨੀ ਕਿ ਦੋਸਤੋ ਬਈ ਜਿਹੜਾ ਹੈਗਾ ਵਾ ਪੰਛੀਆਂ ਅਤੇ ਜਾਨਵਰਾਂ ਨੂੰ ਭੋਜਨ ਦੇਣ ਦੀ ਜਿਹੜੀ ਹੈਗੀ ਪਰੰਪਰਾ ਕੀ ਸਾਬਤ ਕਰਦੀ ਹੈ। ਤਾਂ ਦੋਸਤੋ ਇਟ ਪ੍ਰੂਵਸ ਦੈਟ ਦ ਪੀਪਲ ਆਫ ਆਵਰ ਕੰਟਰੀ ਬਿਲੀਵ ਇਨ ਦ ਯੂਨਿਟੀ ਐਂਡ ਸੈਂਸਿਟੀ, ਠੀਕ ਹੈ ਜੀ, ਆਫ ਆਲ ਲਾਈਫ, ਯਾਨੀ ਕਿ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਕੀ ਮਤਲਬ ਆ ਜਾਏਗਾ ਕਿ ਬਈ ਇਹ ਦੋਸਤੋ ਜਿਹੜਾ ਹੈਗਾ ਵਾ ਸਾਬਤ ਕਰਦਾ ਹੈ ਕਿ ਸਾਡੇ ਦੇਸ਼ ਦੇ ਲੋਕ ਸਾਰੇ ਜੀਵਨ ਨੂੰ ਏਕਤਾ ਅਤੇ ਪਵਿੱਤਰਤਾ ਵਿੱਚ ਜਿਹੜਾ ਹੈਗਾ ਵਿਸ਼ਵਾਸ ਰੱਖਦੇ ਹਨ। ਤੇ ਅੱਗੇ ਦੋਸਤੋ ਕੁਐਸਚਨ 7ਵਾਂ ਕਿ ਵਾਈ ਡਿਡ ਸਮ ਸਕਾਲਰਸ ਲਾਅ ਐਟ ਅਸ਼ਟਵਕਰਾ, ਠੀਕ ਹੈ ਜੀ, ਯਾਨੀ ਕਿ ਦੋਸਤੋ ਜਿਹੜੇ ਹੈਗੇ ਕੁਝ ਵਿਦਵਾਨ ਜਿਹੜੇ ਸੀਗੇ ਅਸ਼ਟਵਕਰ ਤੇ ਉਹ ਕਿਉਂ ਹੱਸਦੇ ਹਨ। ਤਾਂ ਦੋਸਤੋ ਦੇਖੋ ਅਸ਼ਟਵਕਰ ਹੈਡ ਅ ਡਿਫਾਰਮਡ ਬੋਡੀ, ਹੀ ਲੁਕਡ ਵੈਰੀ ਅਗਲੀ, ਦੇਅਰਫੋਰ ਸਮ ਸਕਾਲਰਸ ਲਾਉਡ ਐਟ ਹਿਮ, ਯਾਨੀ ਕਿ ਦੋਸਤੋ ਜਿਹੜਾ ਹੈਗਾ ਵਾ ਅਸ਼ਟਵਕਰ ਦਾ ਜਿਹੜਾ ਹੈਗਾ ਸਰੀਰ ਹੈ ਨਾ ਦੋਸਤੋ ਉਹ ਥੋੜਾ ਜਿਹਾ ਵਿਗੜਿਆ ਹੋਇਆ ਹੈ, ਉਹ ਬਹੁਤ ਬਦਸੂਰਤ ਲੱਗ ਰਿਹਾ ਸੀ, ਇਸ ਲਈ ਜਿਹੜੇ ਕੁਝ ਵਿਦਵਾਨ ਉਸ ਤੇ ਹੱਸੇ। ਠੀਕ ਹੈ, ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕੀ ਹੈ ਕਿ ਹਾਊ ਡਿਡ ਅਸ਼ਟਵਕਰ ਰਿਐਕਟ, ਠੀਕ ਹੈ ਜੀ, ਤਾਂ ਦੇਖੋ ਅਸ਼ਟਵਕਰ ਬਿਕਮ ਅ ਵੈਰੀ ਐਂਗਰੀ, ਠੀਕ ਹੈ ਜੀ, ਯਾਨੀ ਕਿ ਦੋਸਤੋ ਅਸ਼ਟਵਕਰ ਨੇ ਕਿਸ ਤਰ੍ਹਾਂ ਫਿਰ ਜਿਹੜੀ ਹੈਗੀ ਰਿਐਕਸ਼ਨ ਦਿੱਤਾ। ਤਾਂ ਦੇਖੋ ਅਸ਼ਟਵਕਰ ਬਿਕਮ ਵੈਰੀ ਐਂਗਰੀ, ਯਾਨੀ ਕਿ ਦੋਸਤੋ ਉਹ ਬਹੁਤ ਗੁੱਸੇ ਵਿੱਚ ਆਇਆ। ਠੀਕ ਹੈ ਜੀ, ਹੀ ਕਾਲਡ ਦੈਮ ਸਕਿਨਰਸ ਬਿਕੋਜ਼ ਦੇ ਮੈਜ਼ਰਡ ਦ ਵਰਥ ਆਫ ਅ ਪਰਸਨ ਫਰੋਮ ਹਿਜ਼ ਸਕਿਨ, ਠੀਕ ਹੈ ਜੀ, ਯਾਨੀ ਕਿ ਦੋਸਤੋ ਉਸਨੇ ਦੋਸਤੋ ਉਹਨਾਂ ਨੂੰ ਜਿਹੜਾ ਹੈਗਾ ਸਕਿਨਰ ਕਿਹਾ ਤਾਂ ਕਿਉਂਕਿ ਦੋਸਤੋ ਉਹ ਉਸਦੀ ਚਮੜੀ ਤੋਂ ਇੱਕ ਵੀ ਵਿਅਕਤੀ ਦੀ ਕੀਮਤ ਮਾਪਦੇ ਸਨ। ਠੀਕ ਹੈ ਜੀ, ਕਿਉਂਕਿ ਦੋਸਤੋ ਉਸਦੀ ਚਮੜੀ ਤੋਂ ਹੀ ਮਤਲਬ ਜਿਹੜੇ ਸਕਾਲਰ ਸੀਗੇ ਨੇ ਦੋਸਤੋ ਜਿਹੜੇ ਹੱਸ ਰਹੇ ਸੀਗੇ ਉਹ ਉਸਦੀ ਚਮੜੀ ਤੋਂ ਉਸਦੀ ਜਿਹੜੀ ਹੈਗੀ ਕੀਮਤ ਆਖ ਰਹੇ ਸਨ। ਅਗਲਾ ਪ੍ਰਸ਼ਨ ਕੀ ਹੈ ਦੋਸਤੋ, ਕੁਐਸਚਨ 9ਵਾਂ, ਵਟ ਡਿਡ ਵਿਵੇਕਾਨੰਦ ਸੇ ਟੂ ਦ ਲੇਡੀ ਹੂ ਲਾਉਡ ਐਟ ਇਜ਼ ਅ ਸਿੰਪਲ ਡਰੈਸ, ਯਾਨੀ ਕਿ ਦੋਸਤੋ ਵਿਵੇਕਾਨੰਦ ਨੇ ਉਸ ਔਰਤ ਨੂੰ ਜਿਹੜਾ ਹੈਗਾ ਕੀ ਕਿਹਾ ਜੋ ਆਪਣੇ ਸਾਦੇ ਪਹਿਰਾਵੇ ਤੇ ਹੱਸਦੀ ਸੀ। ਤਾਂ ਦੋਸਤੋ ਹੀ ਸੈਡ ਦੈਟ ਇਟ ਵਾਜ਼ ਦੈਟ ਟੇਲਰ ਹੂ ਮੇਡ ਅ ਮੈਨ ਇਨ ਦ ਲੇਡੀ ਕੰਟਰੀ ਬਟ ਇਨ ਹਿਜ਼ ਓਨ ਕੰਟਰੀ ਇਟ ਵਾਜ਼ ਅ ਰੀਅਲ ਵਰਥ ਐਂਡ ਕਰੈਕਟਰ ਆਫ ਅ ਪਰਸਨ ਦੈਟ ਮੈਟਰਡ, ਯਾਨੀ ਕਿ ਦੋਸਤੋ ਜਿਹੜਾ ਹੈਗਾ ਉਸਨੇ ਕਿਹਾ ਕਿ ਇਹ ਦਰਜੀ ਹੀ ਸੀ ਜਿਸ ਨੇ ਔਰਤ ਦੇ ਦੇਸ਼ ਵਿੱਚ ਜਿਹੜਾ ਹੈਗਾ ਆਦਮੀ ਬਣਾਇਆ ਸੀ, ਪਰ ਜਿਹੜਾ ਹੈਗਾ ਵਾ ਕੀ ਹੈ ਦੋਸਤੋ ਉਸਨੇ ਆਪਣੇ ਦੇਸ਼ ਵਿੱਚ ਇਹੀ ਇੱਕ ਆਦਮੀ ਦੀ ਅਸਲ ਕੀਮਤ ਅਤੇ ਚਰਿੱਤਰ ਦੀ ਜੋ ਸੀ ਉਹ ਮਹੱਤਵਪੂਰਨ ਸੀ। ਠੀਕ ਹੈ ਜੀ, ਤਾਂ ਅੱਗੇ ਹੈ ਦੋਸਤੋ ਆਪਣਾ ਕਿ ਵਾਈ ਡਿਡ ਸ਼ਿਵਾਜੀ ਵਾਓ ਹਿਜ਼ ਹੈਡ ਬਿਫੋਰ ਦ ਵੂਮੈਨ ਹੂ ਹੈਜ਼ ਬਰਾਊਟ ਟੂ ਹਿਮ ਹੈਜ਼ ਅ ਗਿਫਟ, ਯਾਨੀ ਕਿ ਦੋਸਤੋ
कि बई अपना दोस्तों ਜਿਹੜਾ ਹੈਗਾ ਵਾ ਇਹਦੇ ਵਿੱਚ ਕੀ ਕਿਹਾ ਕਿ ਸ਼ਿਵਾ ਜੀ ਨੇ ਉਸ ਔਰਤ ਅੱਗੇ ਆਪਣਾ ਸਿਰ ਕਿਉਂ ਝੁਕਾਇਆ ਜੋ ਉਸ ਨੂੰ ਤੋਹਫੇ ਵਜੋਂ ਲਿਆਂਦੀ ਗਈ ਸੀ। ਠੀਕ ਹੈ ਜੀ। ਤਾਂ ਇਹਦੇ ਵਿੱਚ ਦੋਸਤੋ ਲਿਖਿਆ ਰਹਿਣਾ ਕਿ ਸ਼ਿਵਾ ਜੀ ਹੈਡ ਅ ਗ੍ਰੇਟ ਰਿਗਾਰਡ ਫॉर अ वूमेन ही लुक्ड अपॉन them एज हिज मदर्स। यानी कि दोस्तों शिवा जी ने ਔਰਤ ਦਾ ਬਹੁਤ ਸਤਿਕਾਰ ਕਰਦੇ ਹੋਏ ਠੀਕ ਹੈ ਜੀ ਉਹ ਉਹਨਾਂ ਨੂੰ ਆਪਣੀਆਂ ਮਾਵਾਂ ਦੇ ਰੂਪ ਵਿੱਚ ਜਿਹੜਾ ਹੈਗਾ ਵੇਖਦਾ ਸੀ। ਠੀਕ ਹੈ। ਦੈਟ ਵਾਜ਼ ਵਾਈ ਹੀ ਕਾਲਡ ਦੈਟ ਵੂਮਨ ਮਦਰ ਵਾਉਡ ਹਿਜ਼ ਹੈਡ ਬਿਫੋਰ ਹਰ। ਠੀਕ ਹੈ ਜੀ। ਯਾਨੀ ਕਿ ਇਸ ਲਈ ਦੋਸਤੋ ਜਿਹੜਾ ਹੈਗਾ ਵਾ ਉਸਨੇ ਔਰਤ ਨੂੰ ਮਾਂ ਕਿਹਾ ਤੇ ਠੀਕ ਹੈ ਜੀ ਹੇਠ ਅੱਗੇ ਦੋਸਤੋ ਜਿਹੜਾ ਹੈਗਾ ਆਪਣਾ ਮਤਲਬ ਸਿਰ ਝੁਕਾਇਆ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਦੋਸਤੋ ਵਾਈ ਅਕੋਰਡਿੰਗ टू यू वर द वॉर्स फाउट इन महाभारत एंड रामायण सैक्रड। यानी कि दोस्तों बई ਤੁਹਾਡੇ ਜਿਹੜੇ ਹੈਗੇ ਆ ਤੁਹਾਡੇ ਅਨੁਸਾਰ ਮਹਾਭਾਰਤ ਦੇ ਵਿੱਚ ਲੜਾਈਆਂ ਕਿਉਂ ਹੋਈਆਂ ਸਨ ਅਤੇ ਰਾਮਾਇਣ ਪਵਿੱਤਰ ਕਿਉਂ ਹੈ ਦੋਸਤੋ ਇਸ ਦੇ ਬਾਰੇ ਜਿਹੜਾ ਹੈਗਾ ਵਾ ਰੀਜ਼ਨ ਦੱਸੋ। ਤਾਂ ਦੇਖੋ ਦੋਸਤੋ ਇਹਦੇ ਵਿੱਚ ਕੀ ਹੈ ਕੁਐਸਚਨ ਇਹਦਾ ਆਨਸਰ ਬਣੇਗਾ। ਤਾਂ ਦੋਸਤੋ ਦੇਖੋ ਕਿ ਬਈ ਦਿਸ ਵਾਰ ਵੇਅਰ ਫਾਊਟ ਟੂ ਡਿਫੈਂਡ ਐਂਡ uphold the honor of motherhood that was why they were considered sacred। यानी कि दोस्तों ਜਿਹੜਾ ਹੈਗਾ ਵਾ ਕਿ ਇਹ ਲੜਾਈ ਮਾਂ ਦੇ ਸਨਮਾਨ ਦੀ ਰੱਖਿਆ ਤੇ ਬਰਕਰਾਰ ਰੱਖਣ ਲਈ ਦੋਸਤੋ ਲੜਾਈਆਂ ਗਈਆਂ ਸੀ ਇਸ ਲਈ ਦੋਸਤੋ ਇਸ ਨਾਲ ਪਵਿੱਤਰ ਮੰਨਿਆ ਜਾਂਦਾ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਦੋਸਤੋ 13ਵਾਂ ਕੁਐਸਚਨ ਕੀ ਹੈ ਕਿ what does Lord Ram meetings with a भील woman eating the tasted berries show। ਠੀਕ ਹੈ ਜੀ। ਯਾਨੀ ਕਿ ਦੋਸਤੋ ਭਗਵਾਨ ਰਾਮ ਦਾ ਇੱਕ ਜਿਹੜਾ ਹੈਗਾ ਔਰਤ ਨਾਲ ਦੋਸਤੋ ਮਿਲਣਾ ਅਤੇ ਸਵਾਦ ਖਾਣਾ ਕੀ ਹੈ। ਠੀਕ ਹੈ ਜੀ। ਤਾਂ ਇਸ ਦਾ ਆਨਸਰ ਦੇਖੋ ਦੋਸਤੋ ਕੀ ਹੈ। ਇਟ ਸ਼ੋ ਦੈਟ ਐਨਸ਼ੀਅੰਟ ਇੰਡੀਆ ਦੇਰ ਵਾਜ਼ ਅ ਨੈਵਰ ਐਨੀ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਕਾਸਟ ਕਰੀਡ ਔਰ ਪ੍ਰੋਫੈਸ਼ਨ। ਯਾਨੀ ਕਿ ਦੋਸਤੋ ਇਹ ਦਰਸਾਉਂਦਾ ਹੈ ਕਿ ਪ੍ਰਾਚੀਨ ਭਾਰਤ ਦੇ ਵਿੱਚ ਜਿਹੜਾ ਹੈਗਾ ਆਧਾਰ 'ਤੇ ਠੀਕ ਹੈ ਜੀ ਕਦੇ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਸੀਗਾ ਜਿਵੇਂ ਕਿ ਧਰਮ ਜਾਤ ਆਧਾਰ 'ਤੇ ਠੀਕ ਸੀਗਾ ਵਿਤਕਰਾ ਨਹੀਂ ਹੁੰਦਾ ਸੀ। ਅਤੇ ਹੁਣ ਇਸ ਤੋਂ ਬਾਅਦ ਦੋਸਤੋ ਆਪਣਾ ਦਾ ਹੋਮ ਕਮਿੰਗ ਚੈਪਟਰ ਦੇਖਦੇ ਹਾਂ। ਹਾਂਜੀ ਪਹਿਲਾ ਕੁਐਸਚਨ ਹੈ ਹੂ ਵਾਸ ਫਟੀਕ। ਯਾਨੀ ਫਟੀਕ ਕੌਣ ਸੀ। ਫਟੀਕ ਵਾਸ ਅ 14 ਈਅਰ ਓਲਡ ਬॉय ਯਾਨੀ ਕਿ ਉਹ 14 ਸਾਲਾਂ ਦਾ ਇੱਕ ਮੁੰਡਾ ਸੀਗਾ ਫਟੀਕ। ਠੀਕ ਹੈ ਜੀ। ਹੀ ਵਾਸ ਅ ਦਾ ਰਿੰਗ ਲੀਡਰ ਅਮੰਗ ਦਾ ਬॉयਜ਼ ਆਫ ਹਿਜ਼ ਵਿਲੇਜ। ਯਾਨੀ ਕਿ ਦੋਸਤੋ ਉਹ ਆਪਣੇ ਪਿੰਡ ਦੇ ਮੁੰਡਿਆਂ ਵਿੱਚ ਮੋਹਰੀ ਸੀ ਯਾਨੀ ਕਿ ਉਸਤਾਦ ਜਾਂ ਮਤਲਬ ਇਸ ਤਰ੍ਹਾਂ ਕੁਝ ਕਹਿ ਸਕਦੇ ਹਾਂ ਹੈਡ ਕਹਿ ਸਕਦੇ ਹਾਂ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਹਿਜ਼ ਫਰਟਾਈਲ ਮਾਈਂਡ ਆਲਵੇਜ਼ ਥਾਊਟ ਆਫ ਨਿਊ ਮਿਸਚਿਪਸ। ਯਾਨੀ ਕਿ ਦੋਸਤੋ ਕੀ ਹੈ ਕਿ ਉਸਦਾ ਜਿਹੜਾ ਹੈਗਾ ਮਨ ਆ ਨਾ ਉਹ ਹਮੇਸ਼ਾ ਨਵੀਆਂ ਸ਼ਰਾਰਤਾਂ ਬਾਰੇ ਸੋਚਦਾ ਰਹਿੰਦਾ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਕੀ ਹੈ ਕੁਐਸਚਨ ਦੂਸਰਾ ਯਾਨੀ ਕਿ ਵਟ ਵਾਜ਼ ਦਾ ਨਿਊ ਮਿਸਚੀਫ ਫਟੀਕ ਥਾਊਟ ਆਫ। ਯਾਨੀ ਕਿ ਫਟੀਕ ਨੇ ਨਵੀਂ ਸ਼ਰਾਰਤ ਬਾਰੇ ਕੀ ਸੋਚਿਆ ਸੀ। ਤਾਂ ਦੋਸਤੋ ਦੇਰ ਵਾਜ਼ ਅ ਲੌਗ ਲਾਈਂਗ ਔਨ ਦਾ ਬੈਂਕ ਆਫ ਦਾ ਰਿਵਰ। ਠੀਕ ਹੈ। ਹੀ ਪਲੈਨਡ ਟੂ ਦਾ ਰੋਲ ਦਾ ਲੌਗ ਅਵੇ ਵਿਦ ਦਾ ਹੈਲਪ ਆਫ ਅਦਰ ਬॉयਜ਼। ਯਾਨੀ ਕਿ ਦੋਸਤੋ ਠੀਕ ਹੈ ਜੀ ਉਸਨੇ ਦਰਿਆ ਦੇ ਕੰਢੇ ਇੱਕ ਲੌਗ ਪਿਆ ਸੀਗਾ ਲੱਕੜ ਦਾ ਮੋਟਾ ਜਿਹਾ ਢਾਂਚਾ ਕਹਿ ਸਕਦੇ ਹਾਂ। ਠੀਕ ਹੈ ਜੀ। ਉਸਨੇ ਦੂਜੇ ਮੁੰਡਿਆਂ ਦੀ ਮਦਦ ਨਾਲ ਲੌਗ ਨੂੰ ਦੋਸਤੋ ਦੂਰ ਕਰਨ ਦੀ ਯੋਜਨਾ ਜਿਹੜੀ ਹੈਗੀ ਆ ਬਣਾਈ। ਠੀਕ ਹੈ ਜੀ। ਇਨ ਦਿਸ ਵੇ ਹੀ ਵਾਂਟਡ ਟੂ ਐਨੋਏ ਦਾ ਓਨਰ ਐਂਡ ਦਾ ਇੰਜੋਏ ਦਾ ਫਨ। ਯਾਨੀ ਕਿ ਦੋਸਤੋ ਇਸ ਤਰ੍ਹਾਂ ਉਹ ਮਾਲਕ ਨੂੰ ਤੰਗ ਕਰਨਾ ਚਾਹੁੰਦਾ ਸੀ ਅਤੇ ਦੋਸਤੋ ਜਿਹੜਾ ਹੈਗਾ ਮੌਜ ਮਾਣਨਾ ਚਾਹੁੰਦਾ ਸੀਗਾ ਮਤਲਬ ਫਨ ਕਰਨਾ ਚਾਹੁੰਦਾ ਸੀਗਾ। ਠੀਕ ਹੈ ਜੀ। ਅੱਗੇ ਦੇਖਦੇ ਹਾਂ ਦੋਸਤੋ ਆਪਣਾ ਕੁਐਸਚਨ ਤੀਸਰਾ ਹੈ। ਤਾਂ ਦੇਖੋ ਦੋਸਤੋ ਕੀ ਹੈ ਕਿ ਵਾਈ ਵਰ ਫਟੀਕ ਐਂਡ ਹਿਜ਼ ਫਰੈਂਡਸ ਐਨੋਇਡ ਵਿਦ ਮੱਖਣ। ਯਾਨੀ ਕਿ ਦੋਸਤੋ ਫਟੀਕ ਅਤੇ ਉਸਦੇ ਦੋਸਤ ਮੱਖਣ ਤੁਹਾਡੇ ਤੋਂ ਨਾਰਾਜ਼ ਕਿਉਂ ਜਿਹੜੇ ਹੈਗੇ ਆ ਹੋਏ। ਠੀਕ ਹੈ ਜੀ। ਤਾਂ ਦੋਸਤੋ ਵਾਈ ਵਰ ਫਟੀਕ ਐਂਡ ਹਿਜ਼ ਫਰੈਂਡ ਐਨੋਇਡ ਵਿਦ ਮੱਖਣ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਕਿ ਫਟੀਕ ਐਂਡ ਦਾ ਅਦਰ ਬॉयਜ਼ ਵਾਂਟਡ ਟੂ ਰੋਲ ਦਾ ਲੌਗ ਅਵੇ। ਠੀਕ ਹੈ। ਯਾਨੀ ਕਿ ਫਟੀਕ ਅਤੇ ਦੂਜੇ ਮੁੰਡੇ ਲੌਗ ਨੂੰ ਰੋਲ ਕਰਨਾ ਚਾਹੁੰਦੇ ਸਨ ਪਰ ਜਿਹੜਾ ਹੈਗਾ ਮੱਖਣ ਬਟ ਮੱਖਣ ਕਮ ਐਂਡ ਸੈਟ ਡਾਊਨ ਔਨ ਦਾ ਲੌਗ। ਯਾਨੀ ਕਿ ਜਿਹੜਾ ਮੱਖਣ ਸੀ ਫਿਰ ਉਹ ਜਿਹੜਾ ਹੈਗਾ ਲੌਗ ਯਾਨੀ ਕਿ ਜਿਹੜਾ ਮੋਟਾ ਜਿਹਾ ਢਾਂਚਾ ਸੀਗਾ ਲੱਕੜ ਦਾ ਉਸ 'ਤੇ ਜਾ ਕੇ ਦੋਸਤੋ ਉਹ ਬੈਠ ਗਿਆ। ਇਸ ਨਾਲ ਦੋਸਤੋ ਦਿਸ ਐਨੋਇਡ ਫਟੀਕ ਐਂਡ ਹਿਜ਼ ਫਰੈਂਡ। ਯਾਨੀ ਕਿ ਇਸ ਨਾਲ ਜਿਹੜਾ ਹੈਗਾ ਫਟੀਕ ਅਤੇ ਉਸਦੇ ਜਿਹੜੇ ਦੋਸਤ ਸੀਗੇ ਉਹ ਨਾਰਾਜ਼ ਹੋ ਗਏ। ਅਗਲਾ ਪ੍ਰਸ਼ਨ ਕੀ ਹੈ ਵਟ ਵਾਜ਼ ਅ ਫਟੀਕ ਨਿਊ ਮਤਲਬ ਇਹ ਦੋਸਤੋ ਲਿਖਿਆ ਹੈ ਮੈਨਿਓਵੇਰ। ਠੀਕ ਹੈ ਜੀ। ਯਾਨੀ ਕਿ ਇਹਦਾ ਮਤਲਬ ਇਹੀ ਆ ਕਿ ਫਟੀਕ ਦਾ ਨਵਾਂ ਅਭਿਆਸ ਕੀ ਸੀ। ਤਾਂ ਦੋਸਤੋ ਫਟੀਕ ਆਸਕਡ ਹਿਜ਼ ਫੋਲੋਅਰ ਟੂ ਰੋਲ ਦਾ ਲੌਗ ਵਿਦ ਮੱਖਣ ਸਿਟਿੰਗ ਓਵਰ ਇਟ। ਯਾਨੀ ਕਿ ਦੋਸਤੋ ਠੀਕ ਹੈ ਫਟੀਕ ਨੇ ਆਪਣੇ ਜਿਹੜਾ ਹੈਗਾ ਕਿਹਾ ਕਿ ਬਈ ਮੱਖਣ ਦੇ ਉੱਪਰ ਬੈਠੇ ਹੋਏ ਲੌਗ ਨੂੰ ਹੀ ਰੋਲ ਕਰ ਦਿਓ ਸਿੱਧਾ ਬੈਠੇ ਰਹਿਣ ਤੋਂ ਉਹਨੂੰ ਅਸੀਂ ਉਹਦੇ ਨਾਲ ਹੀ ਉਹਨੂੰ ਰੋਲ ਕਰ ਦਿੰਦੇ ਹਾਂ ਗਿਰਾ ਦਿੰਦੇ ਹਾਂ। ਠੀਕ ਹੈ ਜੀ। ਅੱਗੇ ਦੋਸਤੋ ਕੀ ਲਿਖਿਆ ਕਿ ਦਿਸ ਹਿਟ ਆਊਟ ਵੁੱਡ ਗਿਵ ਦੈਮ ਐਡਡ ਅਮਿਊਜ਼ਮੈਂਟ। ਯਾਨੀ ਕਿ ਦੋਸਤੋ ਇਹ ਉਸਨੇ ਸੋਚਿਆ ਉਹਨਾਂ ਨੂੰ ਹੋਰ ਮਨੋਰੰਜਨ ਪ੍ਰਦਾਨ ਕਰੇਗਾ। ਠੀਕ ਹੈ ਜੀ। ਅਗਲਾ ਕੁਐਸਚਨ ਦੋਸਤੋ ਆਪਣਾ ਵਾਈ ਡਿਡ ਫਟੀਕ ਬੀਟ ਮੱਖਣ ਈਵਨ ਇਨ ਦਾ ਪ੍ਰੈਜ਼ੈਂਸ ਆਫ ਹਿਜ਼ ਮਦਰ। ਯਾਨੀ ਕਿ ਦੋਸਤੋ ਜਿਹੜਾ ਹੈਗਾ ਫਟੀਕ ਨੇ ਆਪਣੀ ਮਾਂ ਦੀ ਮੌਜੂਦਗੀ ਵਿੱਚ ਮੱਖਣ ਨੂੰ ਕਿਉਂ ਕੁੱਟਿਆ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਮੱਖਣ ਲਾਈਡ ਟੂ ਹਿਜ਼ ਮਦਰ ਦੈਟ ਫਟੀਕ ਹੈਡ ਬੀਟਨ ਹਿਮ ਫਟੀਕ ਕੁਡ ਨਾਟ ਬੀਅਰ ਦਿਸ ਦੇਅਰਫੋਰ ਹੀ ਬੀਟ ਮੱਖਣ। ਠੀਕ ਹੈ ਜੀ। ਯਾਨੀ ਕਿ ਦੋਸਤੋ ਆਪਣਾ ਦੋਸਤੋ ਜਿਹੜਾ ਸੀਗਾ ਨਾ ਉਹ ਮੱਖਣ ਸੀ। ਠੀਕ ਹੈ ਜੀ। ਮੱਖਣ ਨੇ ਆਪਣੀ ਮਾਂ ਨੂੰ ਝੂਠ ਬੋਲਿਆ ਕਿ ਫਟੀਕ ਨੇ ਉਸ ਨੂੰ ਕੁੱਟਮਾਰ ਕੀਤੀ ਹੈ। ਫਟੀਕ ਇਹ ਬਰਦਾਸ਼ਤ ਨਾ ਕਰ ਸਕਿਆ ਇਸ ਲਈ ਦੋਸਤੋ ਉਸਨੇ ਮੱਖਣ ਦੀ ਜਿਹੜੀ ਹੈ ਕੁੱਟਮਾਰ ਕੀਤੀ। ਉਸ ਤੋਂ ਬਾਅਦ ਦੋਸਤੋ ਕੀ 6ਵਾਂ ਪ੍ਰਸ਼ਨ ਵਾਸ ਦਾ ਮੱਖਣ ਸਪੀਕਿੰਗ ਟਰੁੱਥ। यानी कि दोस्तों कि मक्खन सच बोल रहा सी।
तो दोस्तों देखो नो ही वॉज नॉट स्पीकिंग द ट्रूथ, यानी कि दोस्तों सच नहीं बोल रहा सीगा, ठीक है जी। फटीक हैड नॉट बीटन हिम, इन फैक्ट इट वॉज अ मक्खन हु हैड बीटन फटीक, यानी कि दोस्तों ਜਿਹੜਾ ਝੂਠ ਬੋਲ ਰਿਹਾ ਸੀਗਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਦੋਸਤੋ ਉਹ ਸੱਚ ਨਹੀਂ ਬੋਲ ਰਿਹਾ ਸੀਗਾ, ਫਟੀਕ ਨੇ ਉਸ ਨੂੰ ਕੁੱਟਿਆ ਨਹੀਂ ਸੀ, ਅਸਲ ਵਿੱਚ ਮੱਖਣ ਹੀ ਸੀ ਜਿਸ ਨੇ ਫਟੀਕ ਨੂੰ ਕੁੱਟਿਆ ਸੀ। ਤੇ ਉਸ ਤੋਂ ਬਾਅਦ ਦੋਸਤੋ ਆਪਣਾ 7ਵਾਂ ਪ੍ਰਸ਼ਨ ਕੀ ਹੈ ਕਿ ਵਾਈ ਡਿਡ ਫਟੀਕ ਮਦਰਸ ਵਾਂਟ ਟੂ ਸੈਂਡ ਹਿਮ ਅਵੇ ਟੂ ਹਰ ਬ੍ਰਦਰ ਹਾਊਸ, ਠੀਕ ਹੈ ਜੀ। ਯਾਨੀ ਕਿ ਦੋਸਤੋ ਕਿ ਫਟੀਕ ਦੀ ਮਾਂ ਉਸ ਨੂੰ ਜਿਹੜਾ ਹੈਗਾ ਆਪਣੇ ਭਰਾ ਦੇ ਘਰ ਕਿਉਂ ਭੇਜਣਾ ਚਾਹੁੰਦੀ ਸੀਗੀ, ਤਾਂ ਦੋਸਤੋ ਦਾ ਮਦਰ ਹੈਡ ਦੋਸਤੋ ਆਪਣਾ ਪ੍ਰੈਜੁਡਾਈਜ਼ਡ against fatigue, she thought he would someday drown Makhan in the river, ठीक है जी, और break his head in a fight, therefore she wanted to send him away। यानी कि दोस्तों यही कारण सी कि बई ਜਿਹੜੀ ਉਸਦੀ ਮਾਂ ਸੀ ਨਾ, ਮਾਂ ਦਾ ਫਟੀਕ ਨਾਲ ਦੋਸਤੋ ਪੱਖਪਾਤ ਸੀਗਾ। ਉਸਨੇ ਸੋਚਿਆ ਕਿ ਉਹ ਕਿਸੇ ਦਿਨ ਦੋਸਤੋ ਮੱਖਣ ਨੂੰ ਨਦੀ ਵਿੱਚ ਨਾ ਡੁਬੋ ਦੇਵੇ ਜਾਂ ਫਿਰ ਲੜਾਈ ਨਾਲ ਉਸਦਾ ਸਿਰ ਨਾ ਤੋੜ ਦੇਵੇ। ਇਸ ਲਈ ਦੋਸਤੋ ਉਹ ਚਾਹੁੰਦੀ ਸੀ ਕਿ ਬਈ ਉਸ ਨੂੰ ਜਿਹੜਾ ਹੈਗਾ ਵਾ ਆਪਣੇ ਭਰਾ ਦੇ ਘਰ ਉਸ ਨੂੰ ਭੇਜ ਦੇਵੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਅਗਲਾ ਪ੍ਰਸ਼ਨ ਹੈ ਆਪਣਾ, ਹਾਂਜੀ ਤਾਂ ਅਗਲਾ ਪ੍ਰਸ਼ਨ ਹਾਊ ਵਾਜ਼ ਫਟੀਕ ਰਿਸੀਵਡ ਬਾਈ ਹਿਜ਼ ਆਂਟ, ਯਾਨੀ ਕਿ ਫਟੀਕ ਨੂੰ ਉਸਦੀ ਮਾਸੀ ਦੁਆਰਾ ਕਿਵੇਂ ਪ੍ਰਾਪਤ ਕੀਤਾ ਗਿਆ ਸੀ। ਤਾਂ ਦੇਖੋ ਦਾ ਆਂਟ ਵਾਜ਼ ਨੋਟ ਐਟ ਆਲ ਪਲੀਜ਼ਡ, ਯਾਨੀ ਕਿ ਮਾਸੀ ਬਿਲਕੁਲ ਵੀ ਖੁਸ਼ ਨਹੀਂ ਸੀ, ਠੀਕ ਹੈ ਜੀ। ਸ਼ੀ ਥਾਊਟ ਆਫ ਫਟੀਕ ਐਜ਼ ਐਨ ਅਨਨੈਸੈਸਰੀ ਐਡੀਸ਼ਨ ਟੂ ਹਰ ਫੈਮਿਲੀ, ਯਾਨੀ ਕਿ ਦੋਸਤੋ ਉਸਨੇ ਫਟੀਕ ਨੂੰ ਆਪਣੇ ਜਿਹੜਾ ਹੈਗਾ ਪਰਿਵਾਰ ਲਈ ਇੱਕ ਜਿਹੜਾ ਹੈਗਾ ਬੇਲੋੜਾ ਜੋੜਾ ਸਮਝਿਆ, ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕੀ ਹੈ ਕਿ ਵਾਈ ਕੁਡ ਨਾਟ ਫਟੀਕ ਡੂ ਵੈਲ ਐਟ ਸਕੂਲ, ਯਾਨੀ ਕਿ ਹਾਊ ਡਿਡ ਫਟੀਕ ਫੇਅਰ ਐਟ ਹਿਜ਼ ਨਿਊ ਸਕੂਲ ਇਨ ਕੋਲਕਾਤਾ, ਯਾਨੀ ਕਿ ਫਟੀਕ ਸਕੂਲ ਵਿੱਚ ਚੰਗਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਿਆ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਫਟੀਕ ਵਾਜ਼ ਇਲ ਟ੍ਰੀਟਡ ਐਟ ਹਿਜ਼ ਅੰਕਲ ਹਾਊਸ, ਯਾਨੀ ਕਿ ਦੋਸਤੋ ਜਿਹੜਾ ਹੈਗਾ ਫਟੀਕ, ਠੀਕ ਹੈ ਜੀ, ਕੀ ਹੋਇਆ ਉਹ ਆਪਣੇ ਚਾਚੇ ਦੇ ਘਰ ਬਦਸਲੂਕੀ ਕੀ ਕੀਤੀ ਜਾਂਦੀ ਮਤਲਬ ਉਸਦੇ ਫਟੀਕ ਵਾਜ਼ ਇਲ ਟ੍ਰੀਟਡ ਐਟ ਹਿਜ਼ ਅੰਕਲ ਹਾਊਸ, ਠੀਕ ਹੈ ਜੀ। ਯਾਨੀ ਕਿ ਫਟੀਕ ਨਾਲ ਉਸਦੇ ਚਾਚੇ ਦੇ ਘਰ ਵਿੱਚ ਜਿਹੜੀ ਹੈਗੀ ਆ ਬਦਸਲੂਕੀ ਹੁੰਦੀ ਸੀਗੀ, ਠੀਕ ਹੈ ਜੀ। ਤੇ ਹੀ ਵਾਜ਼ ਆਲਵੇਜ਼ ਸੈਡ, ਠੀਕ ਹੈ ਜੀ, ਉਹ ਹਮੇਸ਼ਾ ਜਿਹੜਾ ਉਦਾਸ ਰਹਿੰਦਾ ਸੀਗਾ, ਉਹ ਪੜ੍ਹਾਈ ਦੇ ਵਿੱਚ ਜਿਹੜਾ ਹੈਗਾ ਮਤਲਬ ਸਟੱਡੀ ਨਹੀਂ ਕਰ ਪਾਉਂਦਾ ਸੀਗਾ। ਹੀ ਕੁਡ ਨਾਟ ਪੁੱਟ ਹਿਜ਼ ਮਾਈਂਡ ਟੂ ਹਿਜ਼ ਸਟੱਡੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਮਤਲਬ ਮਨ ਹੀ ਨਹੀਂ ਲਗਾਉਂਦਾ ਪਾਉਂਦਾ ਸੀਗਾ ਆਪਣੇ ਪੜ੍ਹਾਈ ਦੇ ਵਿੱਚ। ਨੈਚੁਰਲੀ ਹੀ ਕੁਡ ਨਾਟ ਡੂ ਵੈਲ ਐਟ ਸਕੂਲ, ਯਾਨੀ ਕਿ ਦੋਸਤੋ ਕੁਦਰਤੀ ਤੌਰ 'ਤੇ ਉਹ ਸਕੂਲ ਵਿੱਚ ਜਿਹੜਾ ਹੈਗਾ ਵਧੀਆ ਪ੍ਰਦਰਸ਼ਨ ਨਹੀਂ ਕਰਦਾ ਸੀ। ਅੱਗੇ ਦੋਸਤੋ ਵਾਈ ਡਿਡ ਬਿਸ਼ੰਬਰ ਸੈਂਡ ਫੋਰ ਹਿਜ਼ ਸਿਸਟਰ, ਯਾਨੀ ਕਿ ਬਈ ਜਿਹੜਾ ਬਿਸ਼ੰਬਰ ਨੇ ਆਪਣੀ ਭੈਣ ਨੂੰ ਕਿਉਂ ਭੇਜਿਆ। ਤਾਂ ਦੇਖੋ ਫਟੀਕ ਵਾਜ਼ ਸੀਰੀਅਸਲੀ ਇਲ, ਦ ਡਾਕਟਰ ਸੈਡ ਦੈਟ ਦ ਬॉय ਕੰਡੀਸ਼ਨ ਵਾਜ਼ ਕ੍ਰਿਟੀਕਲ, ਦੈਟ ਵਾਜ਼ ਵਾਈ ਬਿਸ਼ੰਬਰ ਸੈਂਟ ਫੋਰ ਹਿਜ਼ ਸਿਸਟਰ, ਯਾਨੀ ਕਿ ਫਟੀਕ ਜਿਹੜਾ ਹੈ ਗੰਭੀਰ ਬਿਮਾਰ ਸੀ। ਡਾਕਟਰ ਨੇ ਦੱਸਿਆ ਕਿ ਲੜਕੀ ਦੀ ਹਾਲਤ ਨਾਜ਼ੁਕ ਹੈ, ਠੀਕ ਹੈ ਜੀ, ਇਸ ਲਈ ਜਿਹੜਾ ਹੈਗਾ ਬਿਸ਼ੰਬਰ ਨੇ ਆਪਣੀ ਭੈਣ ਨੂੰ ਜਿਹੜਾ ਹੈਗਾ ਬੁਲਾਇਆ। ਤੇ ਅਗਲੇ ਦੋਸਤੋ ਕੁਐਸਚਨ ਹੈ ਕਿ ਵਟ ਵਰ ਫਟੀਕ ਲਾਸਟ ਵਰਡਸ, ਠੀਕ ਹੈ ਜੀ। ਫਟੀਕ ਲਾਸਟ ਵਰਡ ਸੀਗਾ, ਯਾਨੀ ਕਿ ਫਟੀਕ ਦੇ ਆਖਰੀ ਸ਼ਬਦ ਕੀ ਸੀਗੇ। ਫਟੀਕ ਦੇ ਆਖਰੀ ਸ਼ਬਦ ਦੋਸਤੋ ਮਾਂ ਛੁੱਟੀਆਂ ਆ ਗਈਆਂ ਹਨ, ਯਾਨੀ ਕਿ ਮਦਰ ਦਾ ਹੋਲੀਡੇ ਹੈਵ ਕਮ, ਠੀਕ ਹੈ ਜੀ। ਤਾਂ ਇਹ ਉਸਦੇ ਆਖਰੀ ਵਰਡ ਸੀਗੇ। ਤੇ ਉਸ ਤੋਂ ਬਾਅਦ ਦੋਸਤੋ ਹੁਣ ਤੁਹਾਡੇ ਲੌਂਗ ਕੁਐਸਚਨ ਆਨਸਰ ਦੇਖ ਲੈਂਦੇ ਆ, ਕਿਉਂਕਿ ਇੱਕ ਤਾਂ ਸ਼ਾਰਟ ਹੋ ਗਏ, ਹੁਣ ਜਿਹੜੇ ਆਪਾਂ ਕੀਤੇ ਆ ਉਹਦੇ ਵਿੱਚ ਲੌਂਗ ਕੁਐਸਚਨ ਆਨਸਰ ਵੀ ਤਾਂ ਤੁਹਾਨੂੰ ਆਉਣੇ ਆ, ਆਪਾਂ ਇਹ ਵੀ ਦੇਖ ਲੈਂਦੇ ਆ। ਤਾਂ ਦੋਸਤੋ ਦੇਖੋ ਪਹਿਲਾ ਪ੍ਰਸ਼ਨ ਹੈ ਕਿ ਵਾਈ ਅਕੋਰਡਿੰਗ ਟੂ ਦਾ ਆਥਰ ਸ਼ੁੱਡ ਦਸ ਪੀਪਲ ਹੈ ਵੀ ਅਸ਼ੇਮਡ ਆਫ ਦੈਮਸੈਲਵਸ ਹੂ ਬਲੀਵ ਇਨ ਫੀਮੇਲ ਫੋਟੀਸਾਈਡ, ਯਾਨੀ ਕਿ ਦੋਸਤੋ ਲੇਖਕ ਅਨੁਸਾਰ ਉਹਨਾਂ ਲੋਕਾਂ ਨੂੰ ਜਿਹੜੀ ਹੈਗੀ ਸ਼ਰਮ ਕਿਉਂ ਆਉਣੀ ਚਾਹੀਦੀ ਹੈ ਜੋ ਦੋਸਤੋ ਕੰਨਿਆ ਭਰੂਣ ਹੱਤਿਆ ਦੇ ਵਿੱਚ ਜਿਹੜਾ ਹੈਗਾ ਵਿਸ਼ਵਾਸ ਰੱਖਦੇ ਹਨ, ਠੀਕ ਹੈ ਜੀ। ਤਾਂ ਦੋਸਤੋ ਦੇਖੋ ਇਸ ਦਾ ਉੱਤਰ ਕਿਵੇਂ ਬਣੇਗਾ। ਦ ਆਥਰ ਸੇ ਦੈਟ ਇੰਡੀਆ ਇਜ਼ ਅ ਲੈਂਡ ਵੇਅਰ ਵੂਮੈਨ ਵੇਅਰ ਆਲਵੇਜ਼ ਹੈਲਡ ਇਨ ਅ ਗ੍ਰੇਟ ਰਿਗਾਰਡ, ਨੋ ਔਸਪੀਸ਼ੀਅਸ ਸੈਰਮਨੀ ਵਾਜ਼ ਕੰਸੀਡਰਡ ਕੰਪਲੀਟ ਵਿਦਾਊਟ ਦੇਅਰ ਪਾਰਟਿਸਿਪੇਸ਼ਨ, ਯਾਨੀ ਕਿ ਦੋਸਤੋ ਲੇਖਕ ਦਾ ਕਹਿਣਾ ਇਹ ਹੈ ਕਿ ਭਾਰਤ ਇੱਕ ਅਜਿਹੀ ਧਰਤੀ ਹੈ ਜਿੱਥੇ ਔਰਤਾਂ ਦਾ ਹਮੇਸ਼ਾ ਹੀ ਦੋਸਤੋ ਸਨਮਾਨ ਕੀਤਾ ਜਾਂਦਾ ਸੀ, ਉਹਨਾਂ ਦੀ ਜਿਹੜੀ ਹੈਗੀ ਸਮੂਲੀਅਤ ਤੋਂ ਬਿਨਾਂ ਕੋਈ ਵੀ ਜਿਹੜਾ ਹੈਗਾ ਸ਼ੁਭ ਜਿਹੜਾ ਹੈਗਾ ਕੰਮ ਜਾਂ ਸਮਾਗਮ ਸੰਪੂਰਨ ਨਹੀਂ ਮੰਨਿਆ ਜਾਂਦਾ ਸੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਦੋਸਤੋ ਦ ਟੂ ਗ੍ਰੇਟ ਐਪਿਕਸ ਦ ਰਾਮਾਇਣਾ ਐਂਡ ਦਾ ਮਹਾਭਾਰਤ ਆਲਸੋ ਅਪਹੋਲਡ ਦਾ ਹੋਨਰ ਆਫ ਵੂਮੈਨ ਇਨ ਸੱਚ ਕੰਟਰੀ ਦ ਐਵਿਲ ਆਫ ਫੀਮੇਲ ਫੋਟੀਸਾਈਡ ਇਜ਼ ਇਨਡੀਡ ਅ ਮੈਟਰ ਟੂ ਬੀ ਅਸ਼ੇਮਡ ਆਫ, ਯਾਨੀ ਕਿ ਦੋਸਤੋ ਦੋ ਮਹਾਨ ਜਿਹੜੇ ਸੀਗੇ ਆਪਣੇ, ਠੀਕ ਹੈ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰਾਮਾਇਣ ਅਤੇ ਮਹਾਭਾਰਤ, ਠੀਕ ਹੈ ਜੀ, ਇਹ ਔਰਤਾਂ ਨੂੰ ਸਨਮਾਨ ਜਿਹੜਾ ਹੈਗਾ ਬਰਕਰਾਰ ਰੱਖਦੇ ਹਨ, ਠੀਕ ਹੈ ਜੀ। ਅਜਿਹੇ ਦੇਸ਼ ਵਿੱਚ ਜਿਹੜਾ ਹੈ ਘਰੇਲੂ ਆਪਣਾ ਦੋਸਤੋ ਕੰਨਿਆ ਭਰੂਣ ਹੱਤਿਆ ਦੀ ਦੋਸਤੋ ਜਿਹੜੀ ਹੈਗੀ ਬੁਰਾਈ ਸੱਚਮੁੱਚ ਹੀ ਦੋਸਤੋ ਸ਼ਰਮ ਵਾਲੀ ਗੱਲ ਹੈ। ਅਗਲਾ ਪ੍ਰਸ਼ਨ ਕੀ ਹੈ, ਦੂਸਰਾ ਪ੍ਰਸ਼ਨ ਕਿ ਹਾਊ ਡਜ਼ ਦਾ ਆਥਰ ਸਪੋਰਟ ਦ ਆਈਡੀਆ ਆਫ ਦ ਵਿਕਟਰੀ ਆਫ ਦ ਗੁੱਡ ਓਵਰ ਦ ਐਵਿਲ, ਯਾਨੀ ਕਿ ਦੋਸਤੋ ਲੇਖਕ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਵਿਚਾਰ ਦੇ ਸਮਰਥਨ ਕਿਵੇਂ ਕਰਦਾ ਹੈ। ਤਾਂ ਆਥਰ ਗਿਵਸ ਦ ਐਗਜ਼ਾਮਪਲ ਆਫ ਦਧੀਚੀ ਐਂਡ ਗੁਰੂ ਗੋਬਿੰਦ ਸਿੰਘ ਸੰਸ, ਯਾਨੀ ਕਿ ਦੋਸਤੋ ਲੇਖਕ ਦਧੀਚੀ ਅਤੇ ਦੋਸਤੋ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਉਦਾਹਰਨਾਂ ਦਿੰਦਾ ਹੈ, ਠੀਕ ਹੈ ਜੀ। ਦਿਸ ਗ੍ਰੇਟ ਸਾਊਲ ਸੈਕਰੀਫਾਈਸਡ देयर ਲਾਈਵਸ ਫॉर द ਕਾਊਜ਼ ਆਫ ਗੁੱਡਸ, ਦਧੀਚੀ ਸੈਕਰੀਫਾਈਸਡ ਹਿਸ ਲਾਈਫ ਟੂ ਗਿਵ ਦ ਗॉड्स ਇਨਵਿੰਕੇਬਲ ਵੈਪਨਸ ਅਗੇਂਸਟ ਦ
असुरस यानी कि दोस्तों ਜਿਹੜਾ ਆਪਣਾ ਸੀਗਾ ਜੀ ਇਹਨਾਂ ਮਹਾਨਾਂ ਰੂਹਾਂ ਦੇ ਭਲੇ ਲਈ ਦੋਸਤੋ ਉਹ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਦਧੀਚੀ ਨੇ ਦੋਸਤੋ ਦੇਵਤਿਆਂ ਨੂੰ ਠੀਕ ਹੈ ਜੀ ਜਿਹੜਾ ਹੈਗਾ ਆਪਣੇ ਹੱਡੀ ਮਤਲਬ ਦੇ ਦਿੱਤੇ ਸੀਗੇ ਕਿ ਹਾਂ ਬਈ ਮੇਰੇ ਹੱਡੀਆਂ ਤੋਂ ਦੋਸਤੋ ਹਥਿਆਰ ਬਣਾ ਲਓ ਠੀਕ ਹੈ ਜੀ, ਇਸ ਲਈ ਉਸਨੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਸੀਗੀ ਠੀਕ ਹੈ ਜੀ। ਤਾਂ ਦ ਯੰਗ ਸਨਸ ਆਫ ਗੁਰੂ ਗੋਬਿੰਦ ਸਿੰਘ ਸੈਕਰੀਫਾਈਸਡ देयर लिप्स फॉर द सेक ऑफ देयर फेथ एंड प्रिंसिपल ऑफ जस्टिस यानी कि दोस्तों गुरु गोबिंद ਸਿੰਘ ਜਿਹੜੇ ਸੀਗੇ ਠੀਕ ਹੈ ਜੀ ਉਹਨਾਂ ਨੇ ਆਪਣੀਆਂ ਜਿਹੜੀਆਂ ਹੈਗੀਆਂ ਵਾ ਆਪਣੇ ਛੋਟੇ ਜਿਹੜੇ ਸਾਹਿਬਜ਼ਾਦੇ ਸੀਗੇ ਠੀਕ ਹੈ ਜੀ ਉਹਨਾਂ ਨੇ ਆਪਣੇ ਵਿਸ਼ਵਾਸ ਅਤੇ ਨਿਆਂ ਦੇ ਸਿਧਾਂਤਾਂ ਦੇ ਖਾਤਰ ਆਪਣੀਆਂ ਜਾਨਾਂ ਕੁਰਬਾਨਾਂ ਜਿਹੜੀਆਂ ਹੈਗੀਆਂ ਕੀਤੀਆਂ ਠੀਕ ਹੈ। अगला प्रश्न की है क्वेश्चन तीसरा देखो व्हाट इज बेसिक डिफरेंस बिटवीन द पोजीशन ऑफ वुमेन इन सोसाइटी इन द एशियंट टाइम्स एंड नाउ ठीक है जी यानी कि पुराने समय ਅਤੇ ਹੁਣ ਦੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਬਾਰੇ ਜਿਹੜਾ ਹੈਗਾ ਬੁਨਿਆਦੀ ਅੰਤਰ ਕੀ ਹੈ। ਤਾਂ ਦੋਸਤੋ ਦੇਖੋ ਕਿ ਪੁਰਾਣੇ ਸਮਿਆਂ ਵਿੱਚ ਯਾਨੀ ਕਿ ਇਨ ਏਸ਼ੀਅਨ ਟਾਈਮਸ ਠੀਕ ਹੈ ਜੀ ਔਰਤਾਂ ਨੂੰ ਬਹੁਤ ਹੀ ਜਿਹੜਾ ਹੈਗਾ ਉੱਚਾ ਸਥਾਨ ਪ੍ਰਾਪਤ ਸੀਗਾ। ਵੂਮੈਨ ਇੰਜੋਇਡ ਅ ਵੈਰੀ ਹਾਈ ਪੋਜੀਸ਼ਨ ਠੀਕ ਹੈ। ਨੋ ਆਸਪੀਸ਼ੀਅਸ ਸਰਮਨੀ ਵਾਸ ਕੰਸੀਡਰਡ ਕੰਪਲੀਟ ਵਿਦਆਊਟ देयर ਪਾਰਟਿਸਿਪੇਸ਼ਨ यानी कि ਉਹਨਾਂ ਦੀ ਸਮੂਲੀਅਤ ਤੋਂ ਬਿਨਾਂ ਕੋਈ ਵੀ ਸ਼ੁਭ ਕੰਮ ਜਿਹੜਾ ਹੈਗਾ ਆਰੰਭ ਨਹੀਂ ਹੁੰਦਾ ਸੀਗਾ ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਦੇ ਵਰ ਨੈਵਰ ਲੁਕਡ ਅਪਨ ਐਜ਼ ਆਬਜੈਕਟ ਆਫ ਲਸਟ यानी कि ਜਿਹੜਾ ਹੈਗਾ ਉਸ ਠੀਕ ਹੈ ਉਹਨਾਂ ਨੂੰ ਦੋਸਤੋ ਕਦੇ ਵੀ ਜਿਹੜਾ ਹੈਗਾ ਕੰਮ ਵਾਸਨਾ ਦੀ ਵਸਤੂ ਵਜੋਂ ਨਹੀਂ ਦੇਖਿਆ ਗਿਆ ਠੀਕ ਹੈ ਜੀ। ਤੇ ਹੁਣ ਦੋਸਤੋ ਨਾਓ ਵੂਮੈਨ ਆਰ ਨੋਟ ਗਿਵ देयर ड्यू रिगार्ड दे द इंसिडेंट्स ऑफ डाउरी किलिंग्स एंड फीमेल फोर्टिसाइड आर मैटर्स ऑफ ਸ਼ੇਮ ਫॉर ਅਸ ਠੀਕ ਹੈ ਜੀ। ਹੁਣ ਔਰਤਾਂ ਨੂੰ ਉਹਨਾਂ ਦਾ ਠੀਕ ਹੈ ਜੀ ਜਿਹੜਾ ਹੈਗਾ ਵਾ ਉਹਨਾਂ ਦਾ ਬਣਦਾ ਸਨਮਾਨ ਨਹੀਂ ਦਿੱਤਾ ਜਾਂਦਾ ਹੈ। ਦਾਜ ਹੱਤਿਆ ਠੀਕ ਹੈ ਜੀ, ਭਰੂਣ ਹੱਤਿਆ, ਕੰਨਿਆ ਭਰੂਣ ਹੱਤਿਆ ਦੋਸਤੋ ਠੀਕ ਹੈ ਜੀ ਜਿਹੜਾ ਹੈਗਾ ਵਾ ਘਟਨਾਵਾਂ ਸਾਡੇ ਲਈ ਦੋਸਤੋ ਸ਼ਰਮ ਦਾ ਜਿਹੜੀ ਹੈਗੀ ਆ ਵਿਸ਼ਾ ਹੈਗੀ ਆ ਠੀਕ ਹੈ ਜੀ। ਅਗਲਾ ਪ੍ਰਸ਼ਨ ਦੋਸਤੋ ਚੌਥਾ ਪ੍ਰਸ਼ਨ वट डज द प्रैक्टिस ऑफ लंगर स्टैंड फॉर एक्सप्लेन यानी कि ठीक है जी लंगर की प्रथा का की अर्थ है समझाओ ठीक है जी। देखो दोस्तों लंगर इज़ अ सिंबल ऑफ लव एंड फैलो फीलिंग यानी कि दोस्तों लंगर जो है प्यार और संगी भावना का प्रतीक है ठीक है जी। इट इज़ अ सिंबल ऑफ ब्रदरहुड एंड इक्वैलिटी यानी कि दोस्तों यह भाईचारे ते बराबरी का जो है प्रतीक है ठीक है जी। यह सानू दसदा है कि सानू अपने भोजन दूजिਆਂ ਨਾਲ ਸਾਂਝਾ करना तो बाद ही जो है खाना चाहिए है यानी कि दोस्तों इट टेल्स अस वी शुड ईट ओनली आफ्टर वी शेयर्ड अवर मील विद अदर्स ठीक है जी। तो उस तो बाद दोस्तों की लिखा कि बाय शेयरिंग अवर मील्स विद अदर्स वी डिवेलप अ ग्रेट फीलिंग ऑफ लव एंड ब्रदरहुड ठीक है जी। तो दोस्तों अपने भोजन ਨੂੰ ਦੂਜਿਆਂ ਨਾਲ ਸਾਂਝਾ ਕਰਨ ਨਾਲ ਅਸੀਂ ਪਿਆਰ ਅਤੇ ਭਾਈਚਾਰੇ ਦੀ ਜਿਹੜੀ ਕਿ ਮਹਾਨ ਜਿਹੜੀ ਭਾਵਨਾ ਪੈਦਾ ਕਰਦੇ ਹਾਂ ਠੀਕ ਹੈ ਜੀ। ਅਗਲਾ ਪ੍ਰਸ਼ਨ ਕੀ ਹੈ ਕਿ ਗਿਵ ਐਨ ਐਗਜ਼ਾਮਪਲ ਟੂ ਪ੍ਰੂਵ that in ancient India there was a no discrimination on the basis of caste यानी कि दोस्तों ਇਹ ਸਾਬਿਤ ਕਰਨ ਲਈ ਇੱਕ ਉਦਾਹਰਨ ਦਿਓ ਕਿ ਪ੍ਰਾਚੀਨ ਭਾਰਤ ਵਿੱਚ ਕੋਈ ਵਿਤਕਰਾ ਨਹੀਂ ਸੀ ਠੀਕ ਹੈ ਜਾਤ ਦੇ ਆਧਾਰ ਤੇ। ਤਾਂ ਦੋਸਤੋ ਕਿਵੇਂ ਕਿ ਵੀ ਫਾਈਂਡ ਅ ਗ੍ਰੇਟ ਐਗਜ਼ਾਮਪਲ ਇਨ ਅ ਰਾਮਾਇਣ ਠੀਕ ਹੈ ਜੀ यानी कि ਸਾਨੂੰ ਰਾਮਾਇਣ ਵਿੱਚ ਇਸ ਦੀ ਵੱਡੀ ਉਦਾਹਰਨ ਮਿਲਦੀ ਹੈ ਠੀਕ ਹੈ ਜੀ। ਲਾਰਡ ਰਾਮਾ यानी कि ਭਗਵਾਨ ਰਾਮ ਠੀਕ ਹੈ ਜੀ ਏਟ ਦਾ ਟੇਸਟਡ ਬੇਰੀਜ਼ ਫਰੋਮ ਅ ਵੀਲ ਵੂਮਨ यानी कि दोस्तों ਭਗਵਾਨ ਰਾਮ ਨੇ ਇੱਕ ਭੇਲ ਔਰਤ ਤੋਂ ਦੋਸਤੋ ਜਿਹੜਾ ਹੈਗਾ ਚੱਖਿਆਂ ਬਾਰੇ ਖਾਦਾ ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਇਹਨਾਂ ਨੇ ਕਿ ਦ ਵੂਮਨ ਵਾਜ਼ ਅ ਸ਼ੂਦਰਾ ਹਾਂਜੀ ਦ ਵੂਮਨ ਵਾਜ਼ ਅ ਸ਼ੂਦਰਾ ਵਾਈਲ ਰਾਮ ਵਾਜ਼ ਅ ਕਸ਼ਤਰੀਆ ਹਾਂਜੀ ਕਸ਼ਤਰੀਆ। ਤੇ ਉਸ ਤੋਂ ਬਾਅਦ ਦੋਸਤੋ ਇਟ ਸ਼ੋ ਦੈਟ ਐਨਸ਼ੀਐਂਟ ਇੰਡੀਅਨ देयर वाज अ नो डिस्क्रिमिनेशन ऑन द बेसिस ऑफ कास्ट यानी कि दोस्तों कि औरत शूद्र सी ठीक है जी जद कि दोस्तों राम खत्री सी ठीक है जी। ਤੇ ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਕਿ ਇਹ ਦਰਸਾਉਂਦਾ ਹੈ ਕਿ ਪ੍ਰਾਚੀਨ ਭਾਰਤ ਵਿੱਚ ਜਾਤ ਦੇ ਆਧਾਰ ਤੇ ਕੋਈ ਵੀ ਵਿਤਕਰਾ ਜਿਹੜਾ ਹੈਗਾ ਦੋਸਤੋ ਨਹੀਂ ਹੁੰਦਾ ਸੀ ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਇਹਨਾਂ ਨੇ ਅੱਗੇ ਚੱਲਦੇ ਹਾਂ ਹਾਂਜੀ। ਅਗਲਾ ਦੋਸਤੋ ਤੁਹਾਡਾ ਦੂਸਰਾ ਚੈਪਟਰ ਹੈ ਦਾ ਹੋਮ ਕਮਿੰਗ ਦੇ ਵਿੱਚੋਂ ਤੇ ਦੋਸਤੋ ਇਹ ਲੌਂਗ ਕੁਐਸਚਨ ਆਨਸਰ ਨੇ ਠੀਕ ਹੈ ਜੀ ਦਾ ਹੋਮ ਕਮਿੰਗ ਚੈਪਟਰ ਦੇ ਵਿੱਚੋਂ। ਤਾਂ ਦੇਖੋ ਹਾਊ ਡਸ ਫਟੀਕ ਫੀਲ ਵੈਨ ਹੀ ਇਜ਼ ਐਟ ਕਲਕੱਤਾ यानी कि दोस्तों ਜਦੋਂ ਉਹ ਕਲਕੱਤੇ ਵਿੱਚ ਪਹੁੰਚਦਾ ਹੈ ਤਾਂ ਫਟੀਕ ਕਿਵੇਂ ਮਹਿਸੂਸ ਕਰਦਾ ਹੈ। ਤਾਂ ਵਾਈਲ ਐਟ ਕਲਕੱਤਾ ਫਟੀਕ ਫੀਲ ਲਾਈਕ ਅ ਫਿਸ਼ ਅਵਰ out of water his aunt ill treats him his cousin mock at him at a school his teachers cane him daily all this makes fatigue lives very miserable he longs टू गो बैक टू हिज विलेज होम यानी कि दोस्तों कलकत्ते ਵਿੱਚ ਫਟੀਕ ਪਾਣੀ ਤੋਂ ਬਾਹਰ ਮੱਛੀ ਵਾਂਗ ਮਹਿਸੂਸ ਕਰਦਾ ਸੀ ਠੀਕ ਹੈ ਜੀ। ਤੇ ਉਸ ਦੀ ਮਾਸੀ ਉਸ ਨਾਲ ਦੋਸਤੋ ਜਿਹੜਾ ਹੈਗਾ ਬੁਰਾ ਸਲੂਕ ਕਰਦੀ ਸੀ। ਉਸ ਦੇ ਚਚੇਰੇ ਭਰਾ ਉਸ ਦਾ ਮਜ਼ਾਕ ਉਡਾਉਂਦੇ ਸਨ। ਸਕੂਲ ਵਿੱਚ ਉਸ ਦੇ ਅਧਿਆਪਕ ਉਸ ਨੂੰ ਰੋਜ਼ਾਨਾ ਜਿਹੜਾ ਹੈਗਾ ਛੇੜਦੇ ਸਨ ਜਾਂ ਡਾਂਟਦੇ ਸਨ। ਇਹ ਸਭ ਦੋਸਤੋ ਫਟੀਕ ਦੀ ਜ਼ਿੰਦਗੀ ਨੂੰ ਬਹੁਤ ਹੀ ਜਿਹੜਾ ਹੈਗਾ ਤਰਸਣਯੋਗ ਬਣਾ ਦਿੰਦੇ ਹਨ। ਉਹ ਆਪਣੇ ਪਿੰਡ ਦੇ ਜਿਹੜਾ ਹੈਗਾ ਘਰ ਦੇ ਵਿੱਚ ਵਾਪਸ ਜਾਣ ਦਾ ਜਿਹੜਾ ਹੈਗਾ ਤਰਸਦਾ ਹੈ ਠੀਕ ਹੈ ਜੀ। अगला प्रश्न की है क्वेश्चन दूसरा कि राइट अ करैक्टर स्केच ऑफ मक्खन यानी कि दोस्तों मक्खन का चरित्र चित्रण करो यानी कि देखो दोस्तों मक्खन इज़ अ फटीक यंगर ब्रदर ठीक है जी। यानी कि दोस्तों की है कि भाई मक्खन फटीक का दोस्तों छोटा भरा है ठीक है जी।
ਹੀ ਇਜ਼ ਦ ਡਾਰਲਿੰਗ ਆਫ ਹਿਜ਼ ਮਦਰ, यानी कि दोस्तों ਉਹ ਆਪਣੀ ਮਾਂ ਦਾ ਪਿਆਰਾ ਹੈ। ठीक है जी। तो उस तो बाद दोस्तों की लिखा कि शी कॉल्स हिम एज अ गुड एज गोल्ड। ठीक है जी। तो वह उसने दोस्तों सोने वर्गा तो चंगा आखदी है। ठीक है जी। बट वी सी दैट मक्खन इज़ नॉट एट दैट गुड, यानी कि दोस्तों पर असी देखते हाँ कि मक्खन इन्ना चंगा नहीं है। ठीक है जी। ही इज़ अ स्पॉइल स्पोर्ट, ही कम्स एंड सिट द लॉग वैन द अदर बॉय वांट टू रोल इट, यानी कि दोस्तों ठीक है जी वह की है दोस्तों वह लुट का शिकार। ठीक है जी। वह लुट का शिकार है। ठीक है जी। जो दूजे मुंडे इसनूं रोल करना चाहते हैं तो वह दोस्तों आके वह लॉग ते बैठ जाता है, जिवें कि मैं तुहानूं दस्सिया सीगा कि एक लक्कड़ का ढांचा हुंदा उत्थे आके बह जांदा वा। ठीक है जी। जो फटीक होनी वो लक्कड़ के ढांचे नूं गिरना हुंदा किते। ठीक है जी। वो मक्खन उत्ते आके बह जांदा वा। ठीक है जी। तो उस तो बाद दोस्तों की लिखिया उन्होंने कि ही कम्स एंड सिट ते हो गया। तो उस तो बाद इट अवे ही आल्सो टैल लाइज टू हिज मदर अबाउट फटीक, यानी कि दोस्तों वो फटीक बारे अपनी माँ नूं झूठ भी बोलता है। कौन? मक्खन। ठीक है जी। अगला क्वेश्चन है दोस्तों राइट अ करैक्टर स्केच ऑफ फटीक आंट, यानी कि फटीक आंट इज हार्टलैस विच। ठीक है जी। यानी कि दोस्तों फटीक दी मासी दा एक जिहड़ा हैगा मतलब पात्र चित्रण करो करैक्टर स्कैच। तो देखो दोस्तों जिहड़ी हैगी आ फटीक दी मासी दोस्तों जिहड़ी हैगी बेदिल सीगी, यानी कि हार्टलैस सीगी। ठीक है जी। शी डिसलाइक फटीक फ्रॉम द वेरी बिगनिंग। ठीक है जी। यानी कि दोस्तों वो फटीक नूं शुरू तो ही दोस्तों नापसंद करती है। ठीक है। तो उस तो बाद दोस्तों शी थिंक ऑफ हिम नैसेसरी एडिशन टू हर फैमिली, शी इल्टरेट्स हिम ऑल टाइम इवन व्हेन द पुअर बॉय इज क्रिटिकली इल, शी कॉल हिम एन नेसेंस, शी हैज़ नो वुमेनली फीलिंग इन हर हार्ट, इट इज शी व्यू कैन बी हेल्ड सोलली रिस्पॉन्सिबल फॉर फटीक डेथ। यानी कि दोस्तों यही गल आ कि बई वो जी है उसनों अपने परिवार लिए दोस्तों एक बेलोड़ी जोड़ा है समझती सी फालतू में साढ़े घर आ गया। ठीक है जी। वो हर समय उस नाल बुरा सलूक करती सी। ठीक है जी। फटीक नाल ते गरीब लड़का से गंभीर रूप में बीमार होने पर भी दोस्तों वो उसकी परेशानी वाला आखदा है। ठीक है जी। दिल उसके मतलब दिल की भावना नहीं है औरत में। ठीक है जी। औरत जी है उसके दिल में भावना नहीं है। ठीक है। उस तो बाद दोस्तों इन्होंने की लिखा कि यह उसनों फटीक की मौत लिए दोस्तों पूरी तरह जिम्मेवार ठहराया। ठीक है। अगला प्रश्न है दोस्तों राइट अ करैक्टर स्कैच ऑफ फटीक्स मदर। तो दोस्तों इसका आंसर देख लेने की लिखा है इन्होंने। तो देखो यानी कि मतलब फटीक दे जिहड़ी हैगी आ माता का करैक्टर स्कैच दसो। तो दोस्तों देखो फटीक मदर इज़ अ सिंपल हार्टेड लेडी। ठीक है जी। यानी कि जिहड़ी हैगी दोस्तों फटीक दी माँ सी ना सादी दिल की औरत है। ठीक है जी। शी इज़ अ विडो एंड हैज़ 2 सन्स टू ब्रिंग अप, यानी कि दोस्तों वो विधवा है। ठीक है जी। उसके 2 पुत्र हैं। शी इज़ अ प्रीजुसाइड्स अगेंस्ट फटीक द एल्डर वन, यानी कि दोस्तों वो फटीक बजुर्ग के विरुद्ध पक्षपात करती है। ठीक है। बट इट डज नॉट मीन शी डज नॉट लव हिम, यानी कि बट पर इसका ये मतलब नहीं है कि वो उसनों प्यार नहीं करती। ठीक है जी। अगे शी एग्रीज टू सेंड हिम टू कोलकाता विद हर ब्रदर, बट देन शी फील्स सैड टू सी हाउ एंशियस फटीक इज़ टू गो, शी इज़ आफ्टर ऑल अ मदर, यानी कि दोस्तों फिर की है बई वो उसनों अपने भरा ठीक है जी अपने भरा नाल कलकत्ते भेजण लई सहमत हो जाती है, पर वो यह देख के उदास हो जाती है कि फटीक नूं जाण लई कितनी चिंता है। ठीक है जी। वो एक माँ है। ठीक है जी। गिव अ पेन पोर्ट्रेट ऑफ फटीक, यानी कि दोस्तों फटीक दी कलम पोर्ट्रेट दिओ। तो देखो दोस्तों फटीक इज़ हाँ जी फटीक इज़ अ 14 ईयर ओल्ड बॉय, यानी कि फटीक 14 साल का मुंडा है। ठीक है जी। ही इज़ अ रिंग लीडर अमंग द बॉय ऑफ हिज विलेज, यानी कि दोस्तों वो अपने पिंड के मुंडिया में सब तो मोहरी है, यानी कि हैड है। ठीक है जी। तो ही हैज़ अ फर्टाइल माइंड, ही कीप्स थिंकिंग ऑफ न्यू मिसचीफ, हिज मदर इज़ फेड अप विद हिम। ठीक है जी। शी सेंड हिम अवे टू द कोलकाता विद हिज ब्रदर, यानी कि दोस्तों ਉਹ ਦੋਸਤੋ ਜਿਹੜਾ ਕੀ ਹੈ ਉਸਨੇ ਦੋਸਤੋ ਉਸਦਾ ਮਤਲਬ ਜਿਹੜਾ ਹੈਗਾ ਮਨ ਹੈ ਨਾ ਹਮੇਸ਼ਾ ਸ਼ਰਾਰਤੀਆਂ ਕਰਦਾ ਰਹਿੰਦਾ ਸੀ, ਕੋਈ ਨਵੀਂ ਸ਼ਰਾਰਤਾਂ ਬਾਰੇ ਸੋਚਦਾ ਰਹਿੰਦਾ ਸੀਗਾ ਫਟੀਕ। ਉਸਦੀ ਮਾਂ ਉਸ ਤੋਂ ਦੋਸਤੋ ਤੰਗ ਆ ਕੇ ਉਸ ਨੂੰ ਆਪਣੇ ਭਰਾ ਜਿਹੜਾ ਹੈਗਾ ਕੋਲਕਾਤੇ ਭੇਜ ਦਿੰਦੀ ਹੈ ਭਰਾ ਕੋਲ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਇਹਨਾਂ ਨੇ ਕਿ ਨਾਓ ਫਟੀਕ ਬਿਗਨਸ ਟੂ ਫੀਲ ਲਾਈਕ ਅ ਫਿਸ਼ ਆਊਟ ਆਫ ਵਾਟਰ, ਹੀ ਲੌਂਗਸ ਟੂ ਗੋ ਬੈਕ ਟੂ ਹਿਜ਼ ਵਿਲੇਜ ਹੋਮ, ਬਟ ਹੀ ਹੈਜ਼ टू वेट अंटिल द हॉलीडेज ऑफ लाइफ कम। ठीक है जी। ऑफ इज लाइफ कम, यानी कि दोस्तों हुण फटीक नूं पानी विच दोस्तों जिहड़ा हैगा पानी विच जिवें मछली निकल जाती उस तरह महसूस हुंदा वा। ठीक है जी। उसनूं जदों वो मामे दे घर आ गया अपने ते उस तो बाद दोस्तों वो पिंड दे जिहड़ा हैगा घर वापस जाण लई दोस्तों तरसदा है, पर उसनूं उसदी जिहड़ी हैगी जिंदगी दीयां छुट्टियां आउण तक इंतजार करना पैंदा है। ठीक है जी। तो उस तो बाद दोस्तों अपना हैगा क्वेश्चन 6वां। तो देखो दोस्तों क्वेश्चन 6वां की है कि डिस्क्राइब द क्योरल
ਬਿਟਵੀਨ ਫਟੀਕ ਐਂਡ ਦਾ ਮੱਖਣ, यानी कि दोस्तों ਫਟੀਕ ਅਤੇ ਮੱਖਣ ਦੇ ਝਗੜੇ ਦਾ ਵਰਣਨ ਕਰੋ। ਤਾਂ ਦੇਖੋ ਫਟੀਕ ਐਂਡ ਹਿਸ ਫਰੈਂਡਸ ਵਾਂਟ ਟੂ ਰੋਲ ਅ ਲੌਗ ਅਵੇ ਬਟ ਮੱਖਣ ਕਮਸ ਐਂਡ ਸਿਟ ਔਨ ਦਾ ਲੌਗ, यानी कि दोस्तों ਫਟੀਕ ਅਤੇ ਜਿਹੜੇ ਹੈਗੇ ਉਸਦੇ ਦੋਸਤ ਇੱਕ ਲੌਗ ਠੀਕ ਹੈ ਦੂਰ ਕਰਨਾ ਚਾਹੁੰਦੇ ਸਨ, ਪਰ ਮੱਖਣ ਆ ਕੇ ਉਸ ਲੌਗ ਉੱਤੇ यानी कि ਬਹਿ ਜਾਂਦਾ ਹੈ ਠੀਕ ਹੈ ਜੀ, यानी कि ਲੱਕੜ ਦੇ ਢਾਂਚੇ ਤੇ ਹੀ ਡਜ਼ ਨਾਟ ਕੇਅਰ ਫॉर ਫਟੀਕ ਵਾਰਨਿੰਗ, यानी कि दोस्तों ਫਿਰ ਕੀ ਹੈ ਕਿ ਉਹ ਜਿਹੜਾ ਹੈਗਾ ਫਟੀਕ ਦੀ ਚੇਤਾਵਨੀ ਦੀ ਪਰਵਾਹ ਨਹੀਂ ਕਰਦਾ ਹੈ ਠੀਕ ਹੈ। ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਇਹਨਾਂ ਨੇ, ਹਾਂਜੀ, ਤੇ ਉਸ ਤੋਂ ਬਾਅਦ ਦੋਸਤੋ ਫਟੀਕ ਆਸਕ ਦਾ ਬॉय ਟੂ ਰੋਲ ਦਾ ਲੌਗ ਐਸ ਦੇ ਡੂ ਸੋ ਮੱਖਣ ਫਾਲਸ ਡਾਊਨ, ਠੀਕ ਹੈ ਜੀ, यानी कि दोस्तों ਫਿਰ ਫਟੀਕ ਮੁੰਡਿਆਂ ਨੂੰ ਲੌਗ ਰੋਲ ਕਰਨ ਲਈ ਦੋਸਤੋ ਕਹਿੰਦਾ ਹੈ, ਅਜਿਹਾ ਕਰਦੇ ਹੀ ਮੱਖਣ ਹੇਠਾਂ ਡਿੱਗ ਜਾਂਦਾ ਹੈ। ਨਾਓ ਮੱਖਣ ਗੈਟਸ ਅਪ ਫਾਲ ਅਪਨ ਫਟੀਕ ਐਂਡ ਸਕ੍ਰੈਚ ਹਿਸ ਫੇਸ, ਠੀਕ ਹੈ ਜੀ, यानी कि दोस्तों ਫਿਰ ਕੀ ਹੈ ਹੁਣ ਮੱਖਣ ਉੱਠਦਾ ਹੈ ਫਟੀਕ ਦੇ ਦੋਸਤੋ ਡਿੱਗਦਾ ਹੈ ਤੇ ਉਸਦਾ ਜਿਹੜਾ ਹੈਗਾ ਚਿਹਰਾ ਰਗੜਦਾ ਹੈ ਠੀਕ ਹੈ ਜੀ, ਤੇ ਦੈਨ ਹੀ ਗੋਜ਼ ਹੋਮ ਕਰਾइंग, यानी कि दोस्तों फिर वो रोंदा हुआ घरे चल जाता है। ही टेल्स हिज मदर दैट फटीक हैज़ बिटन हिम, यानी कि दोस्तों फिर की है वो अपनी मां नूं दसदा है कि फटीक ने उसनूं कुट्टिया है ठीक है जी। तो उस तो बाद फटीक कांट बेयर दिस टेलिंग ऑफ लाइज, ही रेन्स ऑन मक्खन शोर ऑफ बलोस, यानी कि दोस्तों फिर जो हैगा वा की है फटीक वो झूठ बोलना बर्दाश्त नहीं कर सकता है ठीक है जी, उसने मक्खन नूं ठीक है जी दोस्तों की है ਝਖੜਾ ਵਰਕਾ ਕੀਤੀ ਠੀਕ ਹੈ ਜੀ, ਉਸਨੇ ਮਤਲਬ ਮੱਖਣ ਤੇ ਦੋਸਤੋ ਜਿਹੜੀ ਹੈਗੀ ਆ ਮਤਲਬ ਝਖੜਾ ਵਰਤ ਮਤਲਬ ਕੁੱਟਣ ਲੱਗ ਗਿਆ ਉਹਨੂੰ ਠੀਕ ਹੈ ਜੀ। ਮੱਖਣ ਸੌਰੀ ਫਟੀਕ ਮੱਖਣ ਨੂੰ ਕੁੱਟਣ ਲੱਗ ਗਿਆ ਕਿਉਂਕਿ ਉਹ ਝੂਠ ਬੋਲ ਰਿਹਾ ਸੀਗਾ ਆਪਣਾ ਮੱਖਣ। ਕਿਉਂ ਝੂਠ ਬੋਲ ਰਿਹਾ ਸੀਗਾ ਕਿਉਂਕਿ ਦੋਸਤੋ ਫਟੀਕ ਨੇ ਤਾਂ ਕੁੱਟਿਆ ਹੀ ਨਹੀਂ ਸੀਗਾ ਮੱਖਣ ਨੂੰ ਠੀਕ ਹੈ ਜੀ, ਜਾਣਬੁੱਝ ਕੇ ਮਾਂ ਦੇ ਕੋਲ ਜਾ ਕੇ ਕਹਿੰਦਾ ਕਿ ਫਟੀਕ ਨੇ ਮੈਨੂੰ ਕੁੱਟਿਆ ਵਾ ਠੀਕ ਹੈ, ਬਟ ਹਈਏ ਨਹੀਂ ਸੀ ਕੁੱਟਿਆ ਹੀ ਨਹੀਂ ਸੀਗਾ ਉਹਨੇ ਤਾਂ ਬਸ ਜਿਹੜਾ ਹੈਗਾ ਆਪਣਾ ਉਹ ਫਟੀਕ ਹੀ ਪੰਗੇ ਲੈ ਰਿਹਾ ਸੀਗਾ ਠੀਕ ਹੈ ਜੀ। ਹੁਣ ਜੇ ਜਾਣਬੁੱਝ ਕੇ ਪੰਗੇ ਲਊਗਾ ਫਟੀਕ ਕੀ ਕਰੂਗਾ ਵਿਚਾਰਾ ਠੀਕ ਹੈ ਜੀ, ਉਹ ਵਿਚਾਰੇ ਆਪਣੇ ਫਟੀਕ ਤੇ ਉਸਦੇ ਜਿਹੜੀ ਹੈਗੇ ਸਾਥੀ ਰੋਲ यानी कि ਲੱਕੜ ਦਾ ਦੋਸਤੋ ਰੋਲ ਜਿਹਾ ਸੀਗਾ ਮਤਲਬ ਉਸਨੂੰ ਮਤਲਬ ਪਾਣੀ ਦੇ ਵਿੱਚ ਡੁਬੋਣ ਜਾ ਰਹੇ ਸੀਗੇ ਠੀਕ ਹੈ। ਮੱਖਣ ਆ ਕੇ ਜਾਣਬੁੱਝ ਕੇ ਉੱਤੇ ਉੱਪਰ ਬੈਠ ਰਿਹਾ ਸੀਗਾ, ਫਿਰ ਫਟੀਕ ਨੇ ਉਹਦੇ ਨਾਲ ਹੀ ਰੋਲ ਨੂੰ ਠੀਕ ਹੈ ਕਰ ਦਿੱਤਾ। ਤਾਂ ਇਹਦੇ ਵਿੱਚ ਗਲਤੀ ਕੀਤੀ ਆ ਮੱਖਣ ਦੀ ਗਲਤੀ ਆ ਠੀਕ ਹੈ, ਜੋ ਝੂਠ ਬੋਲ ਰਿਹਾ ਹੈ ਕਿ ਫਟੀਕ ਨੇ ਮੈਨੂੰ ਕੁੱਟਿਆ ਆਪਣੀ ਮਾਂ ਨੂੰ ਠੀਕ ਹੈ। ਅਗਲਾ ਪ੍ਰਸ਼ਨ, ਹੂ ਇਜ਼ ਰਿਸਪੋਂਸੀਬਲ ਫॉर ਫਟੀਕਸ ਡੈਥ, यानी कि दोस्तों ਫਟੀਕ ਦੀ ਮੌਤ ਦੇ ਲਈ ਕੌਣ ਜ਼ਿੰਮੇਵਾਰ ਹੈ। ਤਾਂ ਇਟ ਇਜ਼ ਸੋਲਲੀ ਦ ਕ੍ਰੂਅਲ ਆਂਟ, यानी कि दोस्तों ਉਹ ਸਿਰਫ ਜ਼ਾਲਮ ਮਾਸੀ ਹੈ ਠੀਕ ਹੈ ਜੀ। ਜੋ फटीक यानी कि हु इज़ रिस्पॉन्सिबल फटीक डेथ, यानी कि जो फटीक की मौत लिए जिम्मेवार है। शी डिसलाइक द बॉय फ्रॉम द वेरी बिगनिंग, शी थिंक्स ऑफ हिम एज अ नैसेसरी एडिशन टू हर फैमिली, शी इल्टरेट हिम ऑल टाइम, यानी कि दोस्तों वो मुंडे नूं दोस्तों शुरू तो ही नापसंद करती सी फटीक नूं ठीक है जी। वो उसनूं अपने परिवार लिए एक बेलोड़ा जोड़ा समझती सी, वो हर समय उस नाल बुरा सलूक करती है ठीक है जी। तो उस तो बाद दोस्तों शी इल्टरीट्स हिम ऑल टाइम इवन वैन द पुअर बॉय इज़ क्रिटिकली इल, ठीक है जी। उस उस वक्त भी बुरा व्यवहार करती है जो बीमार सी। शी कॉल हिम नैसवेंस, यानी कि दोस्तों वो उसनूं एक परेशानी का कारण जिहड़ा हैगा कहंदी है ठीक है जी। वी कैन से दैट द हार्टलैस विच काउजेज द पुअर बॉय डेथ इन द एंड, यानी कि दोस्तों असीं कह सकते हाँ कि ਜਿਹੜਾ ਹੈਗਾ ਬਹਿਰਾਮ ਜਾਦੂ ਅੰਤ ਵਿੱਚ ਉਹ ਗਰੀਬ ਮੁੰਡੇ ਦੀ ਮੌਤ ਦਾ ਕਾਰਨ ਬਣਦੀ ਹੈ ਠੀਕ ਹੈ ਜੀ, ਜਿਹੜੀ ਆਹ ਫਟੀਕ ਦੀ ਆਹ ਸੀਗੀ ਅੰਟ ਠੀਕ ਹੈ ਜੀ। ਹਾਂਜੀ ਦੋਸਤੋ, ਤਾਂ ਪਹਿਲਾ ਕੁਐਸਚਨ ਕੀ ਹੈ ਇਹਦੇ ਵਿੱਚੋਂ ਦ ਡਾਇੰਗ ਡਿਟੈਕਟਿਵ ਦੇ ਵਿੱਚੋਂ ਸਪਲੀਮੈਂਟਰੀ ਦਾ ਇਹ ਤੁਹਾਡਾ ਚੈਪਟਰ ਹੈ। ਤਾਂ ਦੇਖੋ ਹੂ ਵਾਜ਼ ਅ ਮਿਸਿਸ ਹਡਸਨ, ਵੇਅਰ ਡਿਡ ਸ਼ੀ ਗੋ, ਵਾਈ ਡਿਡ ਸ਼ੀ ਗੋ ਟੂ ਦ ਵਾਟਸਨ ਹਾਊਸ, ਯਾਨੀ ਕਿ ਦੋਸਤੋ ਜਿਹੜੀ ਹੈਗੀ ਆ ਹਡਸਨ ਕੌਣ ਸੀ ਠੀਕ ਹੈ ਜੀ, ਮਿਸਿਸ ਠੀਕ ਹੈ ਜੀ, ਤੇ ਉਹ ਕਿੱਥੇ ਗਈ, ਉਹ ਵਾਟਸਨ ਦੇ ਘਰ ਕਿਉਂ ਗਈ ਠੀਕ ਹੈ ਜੀ। तो इसका आंसर है दोस्तों जो है मिसिज हडसन वाज अ शेरलॉक होम्स लैंड लेडी, यानी कि दोस्तों जी हडसन सी वो शेरलॉक होम्स की मकान मालकन सी ठीक है। शी वेंट टू वाटसन हाउस टू टेल हिम दैट हिज फ्रेंड शेरलॉक होम्स वाज क्रिटिकली इल, शी वांटेड वाटसन टू कम एंड सेव हिज फ्रेंड्स लाइफ ठीक है जी। वो वाटसन के घर उसनू यह दसन लई गई कि उसका दोस्त शेरलॉक होम्स गंभीर रूप में बीमार है, वो चाहता सी कि वाटसन आके अपने दोस्त की जान बचावे ठीक है जी। उस तो बाद दूसरा प्रश्न की अपना कि भाई वेयर डिड होम्स गैट द इलनेस फ्रॉम, वैन डिड ही गैट इट, यानी कि दोस्तों होम्स नूं बीमारी जिहड़ी हैगी बीमारी कित्थों मिली ठीक है, उसने यह जो है कदों प्राप्त किया ठीक है जी। तो दोस्तों इसका आंसर है देखो होम्स गॉट द इलनेस फ्रॉम द सम ऑफ चाइनीज सेलर्स, यानी कि दोस्तों होम्स नूं जो है ठीक है कुछ चीनी मलाहां तो यह बीमारी लगी है ठीक है। ही गॉट इट वैन ही वाज वर्किंग ऑन केस एट प्लेस नियर अ रिवर, बट एज वी नो इट वाज ऑल अ मेड अप स्टोरी ठीक है जी। दोस्तों की है कि उसने ये उदों मिलिया जदों वो नदी के नेड़े एक जगह ते एक केस ते काम कर रहा सीगा, पर जिवें कि असीं जानते हैं कि यह सब एक बनी कहानी सी ठीक है जी। तो उस तो बाद अपना अगला प्रश्न देख लेने हाँ जी। तो अगला प्रश्न है दोस्तों वट वाज होम्स कंडीशन वैन वाटसन सॉ हिम। तो अगला प्रश्न है दोस्तों कि वट वाज
ਹੋਮਸ ਕੰਡੀਸ਼ਨ ਵੈਨ ਵਾਟਸਨ ਸੌ ਹਿਮ, ਯਾਨੀ ਕਿ ਦੋਸਤੋ ਜਦੋਂ ਵਾਟਸਨ ਨੇ ਉਸ ਨੂੰ ਦੇਖਿਆ ਤਾਂ ਹੋਮਸ ਦੀ ਸਥਿਤੀ ਕੀ ਸੀ। ਤਾਂ ਦੋਸਤੋ ਹੋਮਸ ਆਈਜ਼ ਹੈਡ ਅ ਬ੍ਰਾਈਟਨੈਸ ਆਫ ਫੀਵਰ, ਦੇयर ਵਾਜ਼ ਅ ਰੈਡ ਫਲਸ਼ ਔਨ ਹਿਜ਼ ਚੀਕਸ, ਹਿਜ਼ ਥਿਨ ਹੈਂਡਸ ਵੇਅਰ ਟਵਿਚਿੰਗ ਆਲ ਟਾਈਮ, ਯਾਨੀ ਕਿ ਦੋਸਤੋ ਹੋਮਸ ਦੀਆਂ ਅੱਖਾਂ ਵਿੱਚ ਬੁਖਾਰ ਦੀ ਜਿਹੜੀ ਹੈਗੀ ਚਮਕ ਸੀਗੀ, ਉਸ ਦੀਆਂ ਜਿਹੜੀਆਂ ਹੈਗੀਆਂ ਨੇ ਗੱਲਾਂ ਤੇ ਲਾਲ ਬੁਸ਼ ਸੀ, ਉਸਦੇ ਪਤਲੇ ਹੱਥ ਹਰ ਸਮੇਂ ਜਿਹੜੇ ਹੈਗੇ ਕੰਬਦੇ ਰਹਿੰਦੇ ਸਨ। ਵਾਈ ਡਿਡ ਹੋਮਸ ਨੋਟ ਲੈਟ ਵਾਟਸਨ ਐਗਜ਼ਾਮਿਨ ਹਿਮ, ਯਾਨੀ ਕਿ ਦੋਸਤੋ ਜਿਹੜਾ ਹੈਗਾ ਹੋਮਸ ਨੇ ਵਾਟਸਨ ਨੂੰ ਉਸਦੀ ਜਾਂਚ ਕਿਉਂ ਨਹੀਂ ਕਰਨ ਦਿੱਤੀ। ਤਾਂ ਦੋਸਤੋ ਹੋਮਸ ਜਿਹੜਾ ਹੈਗਾ ਹਿਲਨੈਸ ਵਾਜ਼ ਅ ਫਿਕਸਡ, ਹਾਂਜੀ ਫਿਗੈਂਡ ਵਨ, Watson was a doctor by profession. He would have known the truth if he had examined Holmes. That was why Holmes did not let Watson examine him। यानी कि दोस्तों यही है कि होम्स शरीर ना दोस्तों ਜਿਹੜਾ ਉਹ ਹੋਮਸ ਦੀ ਬਿਮਾਰੀ ਇੱਕ ਝੂਠੀ ਸੀਗੀ, ਠੀਕ ਹੈ ਜੀ। ਵਾਟਸਨ ਪੇਸ਼ੇ ਤੋਂ ਡਾਕਟਰ ਸੀਗਾ, ਜੇ ਉਸਨੇ ਹੋਮਸ ਦੀ ਜੋ ਦੋਸਤੋ ਅਗਰ ਜਾਂਚ ਕੀਤੀ ਹੁੰਦੀ ਤਾਂ ਉਸ ਨੂੰ ਸੱਚਾਈ ਦਾ ਪਤਾ ਲੱਗ ਜਾਂਦਾ, ਠੀਕ ਹੈ। ਇਸ ਲਈ ਹੋਮਸ ਨੇ ਦੋਸਤੋ ਵਾਟਸਨ ਨੂੰ ਉਸ ਦੀ ਜਾਂਚ ਨਹੀਂ ਕਰਨ ਦਿੱਤੀ। ਅਗਲਾ ਪ੍ਰਸ਼ਨ ਦੋਸਤੋ ਹੈਗਾ ਕਿ ਟਿਲ ਵੈਨ ਵਾਜ਼ ਵਾਟਸਨ ਆਸਕਡ ਐਟ ਟੂ ਸਟੇ ਇਨ ਹੋਮਸ ਹਾਊਸ, ਯਾਨੀ ਕਿ ਦੋਸਤੋ ਵਾਟਸਨ ਨੂੰ ਕਦੋਂ ਤੱਕ ਹੋਮਸ ਦੇ ਘਰ ਰਹਿਣ ਲਈ ਕਿਹਾ ਗਿਆ। ਤਾਂ ਦੋਸਤੋ ਹੀ ਵਾਜ਼ ਆਸਕਡ ਟੂ ਸਟੇ ਇਨ ਦੇਅਰ ਟਿਲ 6 o'clock, ਯਾਨੀ ਕਿ ਦੋਸਤੋ ਉਸ ਨੂੰ ਦੋਸਤੋ 6 ਵਜੇ ਤੱਕ ਉੱਥੇ ਹੀ ਰੁਕਣ ਲਈ ਕਿਹਾ ਗਿਆ। ਉਸ ਤੋਂ ਬਾਅਦ ਦੋਸਤੋ 6ਵਾਂ ਪ੍ਰਸ਼ਨ ਕੀ ਹੈ ਆਪਣਾ ਕਿ ਵਾਈ ਡਿਡ ਹੋਮਸ ਨਾਟ ਲੈਟ ਵਾਟਸਨ ਟੱਚ ਹਿਜ਼ ਥਿੰਗਸ, ਵਟ ਡਿਡ ਵਾਟਸਨ ਥਿੰਕਸ ਅਬਾਊਟ ਹੋਮਸ, ਯਾਨੀ ਕਿ ਦੋਸਤੋ ਕਿ ਬਈ ਹੋਮਸ ਨੇ ਵਾਟਸਨ ਨੂੰ ਆਪਣੀਆਂ ਚੀਜ਼ਾਂ ਨੂੰ ਕਿਉਂ ਨਹੀਂ ਛੂਹਣ ਦਿੱਤੀਆਂ। ਵਾਟਸਨ ਨੇ ਫਿਰ ਹੋਮਸ ਬਾਰੇ ਕੀ ਜਿਹੜਾ ਹੈਗਾ ਵਾ ਸੋਚਿਆ। ਤਾਂ ਦੋਸਤੋ ਵਾਟਸਨ ਪਿਕਡ ਅਪ ਐਨ ਆਵਾਇਰੀ ਬਾਕਸ, ਹੋਮਸ ਨਿਊ ਇਟ had a poisonous spring in it, therefore Holmes told him put it down. He said that hated to have his things touched. Watson thought that illness had affected Holmes' mind, यानी कि दोस्तों ਇਹਦੇ ਵਿੱਚ ਆਹੀ ਕਿਹਾ ਗਿਆ ਵਾ ਕਿ ਬਈ ਵਾਟਸਨ ਨੇ ਦੋਸਤੋ ਜਿਹੜਾ ਹੈਗਾ ਹਾਥੀ ਦੰਦਾਂ ਦਾ ਦੋਸਤੋ ਜਿਹੜਾ ਹੈਗਾ ਡੱਬਾ ਚੁੱਕਿਆ। ਹੋਮਸ ਨੂੰ ਪਤਾ ਸੀ ਕਿ ਇਸ ਵਿੱਚ ਜਿਹੜਾ ਹੈਗਾ ਜ਼ਹਿਰੀਲੇ ਇਸ ਲਈ ਹੋਮਸ ਹਨ, ਠੀਕ ਹੈ ਜੀ। ਇਸ ਲਈ ਉਸ ਨੂੰ ਇਹ ਹੇਠਾਂ ਰੱਖਣ ਲਈ ਉਸ ਨੂੰ ਕਿਹਾ, ਠੀਕ ਹੈ ਜੀ। ਉਸਨੇ ਕਿਹਾ ਕਿ ਉਸ ਨੂੰ ਆਪਣੀਆਂ ਜਿਹੜੀਆਂ ਹੈਗੀਆਂ ਨੇ ਚੀਜ਼ਾਂ ਨੂੰ ਛੂਹਣ ਤੋਂ ਨਫ਼ਰਤ ਹੈ, ਠੀਕ ਹੈ ਜੀ। ਵਾਟਸਨ ਨੇ ਸੋਚਿਆ ਕਿ ਬਿਮਾਰੀ ਨੇ ਹੋਮਸ ਨੂੰ ਦਿਮਾਗੀ ਤੌਰ ਤੇ ਪ੍ਰਭਾਵਿਤ ਕੀਤਾ ਹੈ, ਠੀਕ ਹੈ ਜੀ। ਅਗਲਾ ਪ੍ਰਸ਼ਨ ਕੀ ਹੈ ਕਿ ਸ਼ੁੱਡ ਹੋਮਸ ਹੈਵ ਸਪੋਕਨ ਸੋ ਰੂਡਲੀ ਟੂ ਵਾਟਸਨ ਵਾਈ, ਠੀਕ ਹੈ ਜੀ। ਯਾਨੀ ਕਿ ਹੋਮਸ ਨੂੰ ਵਾਟਸਨ ਨਾਲ ਇੰਨੀ ਬੇਰਹਿਮੀ ਨਾਲ ਗੱਲ ਕਰਨੀ ਚਾਹੀਦੀ ਸੀ, ਕਿਉਂ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਹੋਮਸ ਸ਼ੋ ਆਫ ਰੂਡਨੈਸ ਵਾਜ਼ ਅ ਡਰਾਮੈਟਿਕ ਨੈਸੈਸਿਟੀ, ਇਟ ਵਾਜ਼ ਅ ਨੈਸੈਸਰੀ ਟੂ ਮੇਕ ਵਾਟਸਨ ਬਿਲੀਵ ਦੈਟ ਹੋਮਸ ਵਾਜ਼ ਰੀਅਲੀ ਕ੍ਰਿਟੀਕਲੀ ਇਲ ਐਟ ਦਾ ਪੁਆਇੰਟ ਆਫ ਡੈਥ, ਯਾਨੀ ਕਿ ਦੋਸਤੋ ਇਹਦੇ ਵਿੱਚ ਆਹੀ ਲਿਖਿਆ ਹੋਇਆ ਵਾ ਕਿ ਬਈ ਹੋਮਸ ਦਾ ਦੋਸਤੋ ਜਿਹੜਾ ਹੈਗਾ ਰੁੱਖੇਪਣ ਦਾ ਪ੍ਰਦਰਸ਼ਨ ਇੱਕ ਨਾਟਕੀ ਲੋੜ ਸੀਗੀ। ਵਾਟਸਨ ਨੂੰ ਇਹ ਵਿਸ਼ਵਾਸ ਦਿਵਾਉਣਾ ਜ਼ਰੂਰੀ ਸੀ ਕਿ ਹੋਮਸ ਅਸਲ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਸੀ ਅਤੇ ਮੌਤ ਦੇ ਬਿੰਦੂ 'ਤੇ ਸੀ। ਅਗਲਾ ਪ੍ਰਸ਼ਨ ਕਿ ਹੂ ਵਾਜ਼ ਕਲਵਰਟਨ ਸਮਿਥ, ਵਾਈ ਡਿਡ ਹੋਮਸ ਵਾਂਟ ਹਿਮ ਫॉर द ट्रीटमेंट ऑफ ਹਿਜ਼ ਡਿਸੀਜ਼ਸ, ਯਾਨੀ ਕਿ ਦੋਸਤੋ ਕਿ ਬਈ ਕਲਵਰਟਨ ਸਮਿਥ ਕੌਣ ਸੀ। ਹੋਮਸ ਉਸ ਨੂੰ ਆਪਣੀ ਬਿਮਾਰੀ ਦੇ ਇਲਾਜ ਲਈ ਕਿਉਂ ਜਿਹੜਾ ਹੈਗਾ ਵਾ ਕਿਉਂ ਚਾਹੁੰਦਾ ਸੀ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਦੋਸਤੋ ਲਿਖਿਆ ਇਹਨਾਂ ਨੇ, ਹਾਂਜੀ। ਤਾਂ ਦੇਖ ਸਕਦੇ ਹੋ ਦੋਸਤੋ ਕਲਵਰਟਨ ਸਮਿਥ ਵਾਜ਼ ਅ ਰੈਜ਼ੀਡੈਂਟ ਆਫ ਸੁਮਾਤਰਾ ਐਂਡ ਟੀ ਪਲੈਂਟਰ। ਹੋਮਸ ਵਾਂਟਡ ਹਿਮ ਫॉर द ट्रीटमेंट ऑफ ਹਿਜ਼ ਡਿਸੀਜ਼ਸ, ਓਨਲੀ ਹੈਵ ਹਿਮ ਇਨ ਹਿਜ਼ ਟਰੈਪ, ਠੀਕ ਹੈ ਜੀ। ਯਾਨੀ ਕਿ ਦੋਸਤੋ ਕੀ ਲਿਖਿਆ ਇਹਦੇ ਵਿੱਚ ਕਿ ਕਲਵਰਟਨ ਸਮਿਥ ਦੋਸਤੋ ਜਿਹੜਾ ਸੀਗਾ ਉਹ ਸੁਮਾਤਰਾ ਦਾ ਵਸਨੀਕ ਸੀਗਾ ਅਤੇ ਚਾਹ ਦਾ ਮਾਲਿਕ ਸੀਗਾ, ਠੀਕ ਹੈ ਜੀ। ਹੋਮਸ ਚਾਹੁੰਦਾ ਸੀ ਕਿ ਉਹ ਆਪਣੀ ਬਿਮਾਰੀ ਦੇ ਇਲਾਜ, ਠੀਕ ਹੈ ਜੀ, ਇਲਾਜ ਲਈ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਵੇ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਕੀ ਲਿਖਿਆ ਇਹਨਾਂ ਨੇ ਅਗਲਾ ਪ੍ਰਸ਼ਨ ਕਿ ਵਟ ਡਿਡ ਹੋਮਸ ਆਸਕ ਵਾਟਸਨ ਟੂ ਸੇ ਮਿਸਟਰ ਸਮਿਥ, ਯਾਨੀ ਕਿ ਦੋਸਤੋ ਹੋਮਸ ਨੇ ਵਾਟਸਨ ਨੂੰ ਜਿਹੜਾ ਮਿਸਟਰ ਸਮਿਥ ਨੂੰ ਕੀ ਕਹਿਣ ਲਈ ਕਿਹਾ। ਤਾਂ ਦੋਸਤੋ ਹੋਮਸ ਆਸਕਡ ਵਾਟਸਨ ਟੂ ਟੈਲ ਮਿਸਟਰ ਸਮਿਥ ਹਾਊ ਕ੍ਰਿਟੀਕਲੀ ਹੋਮਸ ਵਾਜ਼ ਇਲ ਐਂਡ ਦੈਟ ਹੀ ਵਾਜ਼ ਐਟ ਦਾ ਪੁਆਇੰਟ ਆਫ ਡੈਥ। ਹੋਮਸ ਵਾਂਟਡ ਵਾਟਸਨ ਟੂ ਪਰਸੂਏਡ ਮਿਸਟਰ ਸਮਿਥ ਟੂ ਕਮ ਟੂ ਦਾ ਹੋਮਸ ਹਾਊਸ, ਯਾਨੀ ਕਿ ਦੋਸਤੋ ਇਹਦੇ ਵਿੱਚ ਆਹੀ ਕਿਹਾ ਗਿਆ ਵਾ ਕਿ ਸਿੰਪਲ ਦੇ ਵਿੱਚ ਕਿ ਹੋਮਸ ਨੇ ਵਾਟਸਨ ਨੂੰ ਜਿਹੜਾ ਹੈਗਾ ਮਿਸਟਰ ਸਮਿਥ ਨੂੰ ਦੱਸਣ ਲਈ ਕਿਹਾ ਕਿ ਹੋਮਸ ਕਿੰਨੀ ਗੰਭੀਰ ਰੂਪ ਵਿੱਚ ਬਿਮਾਰ ਸੀ, ਠੀਕ ਹੈ ਜੀ। ਉਹ ਮੌਤ ਦੇ ਮੁਕਾਮ 'ਤੇ ਸੀ। ਹੋਮਸ ਚਾਹੁੰਦਾ ਸੀਗਾ ਕਿ ਜਿਹੜਾ ਹੈਗਾ ਵਾਟਸਨ ਮਿਸਟਰ ਸਮਿਥ ਨੂੰ ਹੋਮਸ ਦੇ ਘਰ ਆਉਣ ਲਈ ਮਨਾਵੇ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ 10ਵਾਂ ਪ੍ਰਸ਼ਨ ਦੇਖਦੇ ਹਾਂ ਆਪਣਾ। ਤਾਂ ਕੀ ਹੈ ਦੋਸਤੋ ਡਿਡ ਸਮਿਥ ਵੈਲਕਮ ਵਾਟਸਨ ਕਾਲਿੰਗ ਔਨ ਹਿਮ, ਹਾਊ ਡੂ ਯੂ ਨੋ, ਯਾਨੀ ਕਿ ਦੋਸਤੋ ਕੀ ਸਮਿਥ ਨੇ ਵਾਟਸਨ ਨੂੰ ਬੁਲਾਉਣ ਦਾ ਸਵਾਗਤ ਕੀਤਾ, ਤੁਹਾਨੂੰ ਕਿੱਦਾਂ ਪਤਾ। ਤਾਂ ਦੇਖੋ ਦੋਸਤੋ ਨੋ ਸਮਿਥ ਡਿਡ ਨਾਟ ਵੈਲਕਮ ਵਾਟਸਨ ਕਾਲਿੰਗ ਹਿਮ ਔਨ ਹਿਮ, ਹੀ ਆਸਕਡ ਹਿਜ਼
बटलर टू टेल वाटसन दैट ही वाज नॉट एट होम, यानी कि दोस्तों कि नहीं स्मिथ ने वाटसन ਨੂੰ ਬੁਲਾਉਣ ਦਾ ਸਵਾਗਤ नहीं किया, उसने अपने बटलर वाटसन ਨੂੰ ਕਿਹਾ कि ਉਹ ਘਰ नहीं है। अगला प्रश्न दोस्तों जल्दी जल्दी करते हैं, मुकाते हैं जल्दी जल्दी सब कुछ। ये वाई डिड वाटसन नॉट कम बैक विद स्मिथ, यानी कि दोस्तों वाटसन स्मिथ नाल वापस क्यों नहीं आया। वाटसन डिड नॉट कम विद स्मिथ बिकॉज होम्स हैड आस्क्ड हिम टू डू सो। वाटसन प्रिटेंडेड दैट ही हैड सम अदर अपॉइंटमेंट, यानी कि दोस्तों कि ਇਹਦੇ ਵਿੱਚ ਕੀ ਲਿਖਿਆ ਗਿਆ ਸਿੰਪਲ ਦੇ ਵਿੱਚ ਕਿ ਵਾਟਸਨ ਸਮਿਥ ਦੇ ਨਾਲ ਦੋਸਤੋ ਨਹੀਂ ਆਇਆ ਕਿਉਂਕਿ ਦੋਸਤੋ ਹੋਮਸ ਨੇ ਉਸ ਨੂੰ ਅਜਿਹਾ ਕਰਨ ਲਈ ਕਿਹਾ ਸੀ। ਵਾਟਸਨ ਨੇ ਦਿਖਾਵਾ ਕੀਤਾ ਕਿ ਉਸ ਦੀ ਕੋਲ ਕੋਈ ਹੋਰ ਮੁਲਾਕਾਤ ਹੈ। ਠੀਕ ਹੈ ਜੀ, ਅੱਗੇ ਦੋਸਤੋ ਕੀ ਹੈ ਕਿ ਹਾਂਜੀ 12ਵਾਂ ਪ੍ਰਸ਼ਨ ਕਿ वट डिड स्मिथ आस्क वाटसन वैन ही फाइनली मैट हिम, यानी कि दोस्तों स्मिथ ने वाटसन तो की पूछा जो आखिरकार उसनों मिले। ठीक है जी, तो स्मिथ आस्क्ड वाटसन इफ ही वाज कमिंग फ्रॉम होम्स, ही आल्सो आस्क्ड हिम हाउ होम्स वास, यानी कि दोस्तों स्मिथ ने वाटसन ਨੂੰ ਪੁੱਛਿਆ ਕਿ ਉਹ ਹੋਮਸ ਤੋਂ ਆ ਰਿਹਾ ਹੈ ਤਾਂ ਉਸਨੇ ਇਹ ਵੀ ਪੁੱਛਿਆ ਕਿ ਕਿਵੇਂ ਹੋਮਸ ਸੀ। ਠੀਕ ਹੈ ਜੀ, ਤੇ ਅਗਲਾ ਪ੍ਰਸ਼ਨ ਹੈ ਦੋਸਤੋ ਵਾਈ ਡਿਡ ਹੋਮਸ ਆਸਕ ਸਮਿਥ ਟੂ ਟਰਨ ਅਪ ਦਾ ਗੈਸ, यानी कि दोस्तों होम्स ने स्मिथ ਨੂੰ ਗੈਸ ਚਾਲੂ ਕਰਨ ਲਈ ਕਿਉਂ ਕਿਹਾ। ਤਾਂ ਦੋਸਤੋ ਹੋਮਸ ਆਸਕਡ ਸਮਿਥ ਟੂ ਟਰਨ ਅਪ ਗੈਸ, ਇਟ ਵਾਸ ਇਨ ਫੈਕਟ ਸਿਗਨਲ ਫॉर ਇੰਸਪੈਕਟਰ ਮੋਰਟਨ ਟੂ ਕਮ ਇਨ ਐਂਡ ਅਰੈਸਟ ਸਮਿਥ, यानी कि दोस्तों ਹੋਮਸ ਨੇ ਸਮਿਥ ਨੂੰ ਗੈਸ ਚਾਲੂ ਕਰਨ ਲਈ ਕਿਹਾ, ਅਸਲ ਵਿੱਚ ਇਹ ਇੰਸਪੈਕਟਰ ਮੋਰਟਨ ਲਈ ਅੰਦਰ ਆਉਣ ਅਤੇ ਸਮਿਥ ਨੂੰ ਗ੍ਰਿਫਤਾਰ ਕਰਨ ਦਾ ਇੱਕ ਸੰਕੇਤ ਸੀ। ਤਾਂ ਆਖਰੀ ਪ੍ਰਸ਼ਨ ਹੈ ਦੋਸਤੋ ਹੂ ਅਰੈਸਟਡ ਸਮਿਥ वट वर द चार्जिस अगेंस्ट हिम। ठीक है जी, तो स्मिथ ਨੂੰ दोस्तों किसने ਜਿਹੜਾ ਅਰੈਸਟ ਕੀਤਾ ਤੇ ਉਸ ਤੇ ਕਿਹੜੇ ਚਾਰजेस ਲੱਗੇ। ਤਾਂ ਦੋਸਤੋ ਇੰਸਪੈਕਟਰ ਮੋਰਟਨ ਅਰੈਸਟਡ ਸਮਿਥ, यानी कि दोस्तों ਇੰਸਪੈਕਟਰ ਮੋਰਟਨ ਨੇ ਸਮਿਥ ਨੂੰ ਅਰੈਸਟ ਕੀਤਾ। ਤਾਂ ਚਾਰजेस ਆਫ ਅਗੇਂस्ट ਸਮਿਥ ਵਰ ਦਾ ਮਰਡਰ ਆਫ ਵਿਕਟਰ ਐਂਡ ਦਾ ਅਟੈਂਪਟਡ ਮਰਡਰ ਆਫ ਸ਼ਰਲੌਕ ਹੋਮਸ, यानी कि दोस्तों ਉਸ ਤੇ ਕਿਹੜੀਆਂ ਚਾਰजेस ਲੱਗੇ। ਤਾਂ ਦੋਸਤੋ ਇੱਕ ਤਾਂ ਉਹਨੇ ਦੋਸਤੋ ਕਤਲ ਦਾ ਲੱਗਿਆ। ਠੀਕ ਹੈ ਜੀ, ਵਿਕਟਰ ਦੇ ਕਤਲ ਦਾ ਜਿਹੜਾ ਹੈਗਾ ਉਸ ਤੇ ਚਾਰजेस ਲੱਗਿਆ ਕਿ ਉਸਨੇ ਵਿਕਟਰ ਦਾ ਕਤਲ ਕੀਤਾ ਹੈ ਤੇ ਦੋਸਤੋ ਉਸਨੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਸ਼ਰਲੌਕ ਹੋਮਸ ਦੀ। ਠੀਕ ਹੈ, ਹੋਮਸ ਦੀ, ਤਾਂ ਇਹ ਵੀ ਉਸ ਤੇ ਜਿਹੜਾ ਹੈਗਾ ਚਾਰजेस ਲੱਗਿਆ। ਠੀਕ ਹੈ ਜੀ, ਉਸ ਤੋਂ ਬਾਅਦ ਦੋਸਤੋ ਆਪਣਾ ਹੈ ਅਗਲਾ ਜਿਹੜਾ ਹੈਗਾ ਤੁਹਾਡਾ ਚੈਪਟਰ ਹਾਊ ਮਚ ਲੈਂਡ ਡਜ਼ ਅ ਮੈਨ ਨੀਡਡ। ਤਾਂ ਦੇਖੋ ਪਹਿਲਾ ਪ੍ਰਸ਼ਨ ਇਹਦੇ ਵਿੱਚ ਕੀ ਹੈ कि वट डिड टू वूमेन डिस्कस, यानी कि दोस्तों दो औरतां ने की चर्चा की वेयर दे रिलेटेड टू ईच अदर। ठीक है जी, यानी कि दोस्तों कि वो एक दूजे नाल जिहड़ा संबंधित सन। तो दोस्तों इसका आंसर है कि द टू वूमेन डिस्कस्ड अबाउट टाउन लाइफ एंड द विलेज लाइफ, बोथ ऑफ देम वर सिस्टर्स एंड द एल्डर वन स्पोक इन प्रेज ऑफ टाउन लाइफ एंड द यंगर वन प्रेज्ड द कंट्री लाइफ, यानी कि दोस्तों दोहां औरतां ने दोस्तों शहर ते पिंड दे जीवन बारे चर्चा की। ਉਹ ਦੋਵੇਂ दोस्तों ਭੈਣਾਂ ਸੀ, ਬਜ਼ੁਰਗ ਨੇ ਦੋਸਤੋ ਸ਼ਹਿਰ ਦੇ ਜੀਵਨ ਵਿੱਚ ਉਸਤਤ ਵਿੱਚ ਗੱਲ ਕੀਤੀ, ਛੋਟੇ ਨੇ ਦੋਸਤੋ ਜਿਹੜਾ ਹੈਗਾ ਵਾ ਕੀ ਹੈ ਤਾਰੀਫ ਕੀਤੀ ਦੇਸ਼ ਦੀ ਜ਼ਿੰਦਗੀ ਦੀ। ਠੀਕ ਹੈ ਜੀ, ਤੇ ਇਹਦੇ ਵਿੱਚ ਆਹੀ ਲਿਖਿਆ ਹੋਇਆ ਵਾ। ਤੇ ਅੱਗੇ ਹੈ ਦੋਸਤੋ ਆਪਣਾ ਕਿ ਵਟ ਡਿਡ ਵਨ ਵੂਮਨ ਸੇ ਇਨ ਡਿਫੈਂਸ ਆਫ ਰੂਲਰ ਲਾਈਫ, ਵਟ ਵਾਸ ਦਾ ਕਾਊਂਟਰ ਆਰਗੂਮੈਂਟ, यानी कि दोस्तों कि ਪੇਂਡੂ ਜੀਵਨ ਦੇ ਬਚਾਅ ਵਿੱਚ ਇੱਕ ਔਰਤ ਨੇ ਕੀ ਕਿਹਾ, ਵਿਰੋਧੀ ਦਲੀਲਾਂ ਕੀ ਸੀ। ਤਾਂ ਦੋਸਤੋ ਦੇਖੋ ਸ਼ੀ ਸੈਡ ਦਾ ਰੂਲਰ लाइफ कुड बी राव बट इट वॉज फ्री फ्रॉम एनजाइटी, यानी कि दोस्तों उसने कहा कि पेंडू जीवन औखा हो सकता है पर यह चिंता तो मुक्त है। ठीक है जी, विलेजर्स माइट नेवर ग्रो रिच बट दे ऑलवेज हैड इनो टू ईट बट द अदर वूमेन बोस्टेड ऑफ टाउन लाइफ, यानी कि दोस्तों की है कि पर यह चिंता तो मुक्त है पर पिंडा के लोग दोस्तों शायद कदे भी अमीर नहीं होंगे पर उन्होंने को हमेशा खाने लिए काफ़ी होंगे है, पर दूजी औरत ने दोस्तों शहर के जीवन तो जोड़ा है सिक्खी मारी। अगे दोस्तों अपना प्रश्न तीसरा प्रश्न ऑन वट कंडीशन डिड द चीफ एग्री टू सैल लैंड टू पखोम, यानी कि दोस्तों मुखी किस शर्त ते दोस्तों पखोम नूं जमीन वेचण लई जिहड़ा हैगा सहमत होए। तां दोस्तों ठीक है जी, इसदा हैगा अपना आंसर कि फॉर 1000 रबल्स पखोम कुड हैव मच एज लैंड एज ही कुड वॉक अराउंड इन अ डे बट देयर वाज वन कंडीशन ही हैड कम टू बैक टू द स्टार्टिंग पॉइंट बिफोर सनसैट, यानी कि दोस्तों 1000 रूबल ਲਈ ਦੋਸਤੋ ਪਖੋਮ ਕੋਲ ਜਿਹੜੀ ਹੈਗੀ ਆ ਇੰਨੀ ਜ਼ਮੀਨ ਹੋ ਸਕਦੀ ਸੀ ਜਿੰਨੀ ਉਹ ਇੱਕ ਦਿਨ ਵਿੱਚ ਜਿਹੜਾ ਹੈਗਾ ਘੁੰਮ ਸਕਦਾ ਹੈ, ਪਰ ਇੱਕ ਸ਼ਰਤ ਸੀ ਕਿ ਉਸ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਵੀ ਦੋਸਤੋ ਸ਼ੁਰੂਆਤੀ ਬਿੰਦੂ ਤੋਂ ਵਾਪਸ ਆਉਣਾ ਪਿਆ। ਠੀਕ ਹੈ ਜੀ, ਅਗਲਾ ਪ੍ਰਸ਼ਨ ਹੈ ਦੋਸਤੋ ਕਿ ਵੈਨ ਦ ਡੈਵਿਲ ਹੇਡ ਪਖੋਮ ਮੁਸਿੰਗਸ वट डिड ही डिसाइड, यानी कि दोस्तों कि जो शैतान ने पखोम के गाने सुने तो उसने की फैसला किया। था दोस्तों द डेविल डिसाइडेड टू गिव पखोम इनो लैंड एंड बाय मीन ऑफ दैट लैंड ही डिसाइडेड टू गैट पखोम इनटू हिज पावर, यानी कि दोस्तों शैतान ने पखोम नूं जिहड़ी है काफ़ी जमीन देने का फैसला किया और उसकी जमीन के जरिए दोस्तों उसने पखोम नूं अपनी शक्ति विच लियाउण दा फैसला किया। अगला प्रश्न दोस्तों पंजवां प्रश्न तो इंपोर्टेंट जिहा नहीं लगता दोस्तों, पंजवां करना कर लो, ये लिखिया यही है कि बई
ਜਿਹੜਾ ਜਾਇਦਾਦ ਦਾ ਮਾਲਿਕ ਸੀ ਨਾ, ਜਿਸ ਜ਼ਮੀਨ ਦੇ ਪੱਖੋਮ ਦਾ ਕਿਰਾਏਦਾਰ ਸੀ, ਠੀਕ ਹੈ, ਉਸਨੇ ਆਪਣੀ ਜ਼ਮੀਨ ਵੇਚ ਦਿੱਤੀ। ਜ਼ਮੀਨ ਕਿਸ ਨੇ ਖਰੀਦੀ, ਠੀਕ ਹੈ ਜੀ। ਤਾਂ ਵਨ ਆਫ ਪੱਖੋਮ ਨੇਬਰਸ ਅਬਾਊਟ 50 acres of the land Pakhom also arranged to buy 40 acres of that land। यानी कि दोस्तों पखोम ਦੇ ਇੱਕ ਗਵਾਂਢੀ ਨੇ 50 ਏਕੜ ਦੀ ਜ਼ਮੀਨ ਖਰੀਦੀ ਸੀ। ਪਖੋਮ ਦਾ ਵੀ ਪ੍ਰਬੰਧ ਦੋਸਤੋ ਕੀਤਾ 40 ਏਕੜ ਜ਼ਮੀਨ ਖਰੀਦਣ ਲਈ, ਠੀਕ ਹੈ ਜੀ। ਇਹਦੇ ਵਿੱਚ ਆਹੀ ਲਿਖਿਆ ਹੋਇਆ ਵਾ, ਯਾਨੀ ਕਿ ਦੋਸਤੋ ਪਖੋਮ ਆਲਸੋ ਅਰੇਂਜਡ ਟੂ ਬਾਈ 40 ਏਕਰਸ ਆਫ ਦੈਟ ਲੈਂਡ। ਤੇ ਹੁਣ ਅਗਲਾ ਦੋਸਤੋ ਤੁਹਾਡਾ ਦੇਖ ਲੈਂਦੇ ਆ 6ਵਾਂ ਪ੍ਰਸ਼ਨ। ਹਾਂਜੀ, ਤਾਂ 6ਵਾਂ ਪ੍ਰਸ਼ਨ ਹੈ ਦੋਸਤੋ, ਹਾਊ ਡਿਡ ਪਖੋਮ ਮੈਨੇਜ ਟੂ ਪੁੱਟ ਟੂਗੈਦਰ ਦਾ ਮਨੀ ਫॉर ਬਾਇੰਗ ਦਾ ਲੈਂਡ। ਯਾਨੀ ਕਿ ਦੋਸਤੋ ਪਖੋਮ ਨੇ, ਠੀਕ ਹੈ ਜੀ, ਜਿਹੜਾ ਹੈਗਾ ਵਾ ਜ਼ਮੀਨ ਖਰੀਦਣ ਲਈ ਪੈਸੇ ਇਕੱਠੇ ਕਰਨ ਦਾ ਪ੍ਰਬੰਧ ਕਿਵੇਂ ਕੀਤਾ। ਤਾਂ ਦੋਸਤੋ ਦੇਖੋ, ਪਖੋਮ ਸੋਲਡ ਹਿਜ਼ ਕੋਲਟ ਐਂਡ 1/2 ਆਫ ਹਿਜ਼ ਬੀਜ਼। he hired out one of his sons as a laborer and took his wages and in advance he also borrowed some money from his brother in law। ਠੀਕ ਹੈ ਜੀ। ਤਾਂ ਦੋਸਤੋ ਜਿਹੜਾ ਹੈਗਾ ਪਖੋਮ ਨੇ ਆਪਣਾ ਜਿਹੜਾ ਹੈਗਾ ਦੋਸਤੋ ਆਪਣਾ ਜਿਹੜਾ ਹੈਗਾ ਗਧੀ ਦਾ ਬੱਚਾ ਜਿਹੜਾ ਹੈਗਾ ਅਤੇ ਅੱਧੀ ਮੱਖੀਆਂ ਵੀ ਵੇਚ ਦਿੱਤੀਆਂ। ਉਸਨੇ ਦੋਸਤੋ ਆਪਣੇ ਇੱਕ ਲੜਕੇ ਨੂੰ ਮਜ਼ਦੂਰ ਵਜੋਂ ਕੰਮ ਤੇ ਰੱਖਿਆ ਅਤੇ ਉਸਦੀ ਮਜ਼ਦੂਰੀ ਪਹਿਲਾਂ ਹੀ ਦੋਸਤੋ ਲੈ ਲਈ। ਉਸਨੇ ਆਪਣੇ ਜੀਜਾ ਤੋਂ ਵੀ ਦੋਸਤੋ ਜਿਹੜਾ ਹੈਗਾ ਕੁਝ ਪੈਸੇ ਜਿਹੜੇ ਹੈਗੇ ਉਧਾਰ ਲਏ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਦੋਸਤੋ 7ਵਾਂ ਪ੍ਰਸ਼ਨ ਕਿ ਪਖੋਮ ਮੈਟ ਅ ਸਟ੍ਰੇਂਜਰ ਵਨ ਡੇ ਹੂ ਵਾਜ਼ ਦਿਸ ਸਟ੍ਰੇਂਜਰ ਵਟ ਇਨਫੋਰਮੇਸ਼ਨ ਡਿਡ ਗਿਵ ਟੂ ਪਖੋਮ। ਯਾਨੀ ਕਿ ਦੋਸਤੋ ਪਖੋਮ ਇੱਕ ਦਿਨ ਇੱਕ ਅਜਨਬੀ ਨੂੰ ਮਿਲਿਆ। ਇਹ ਅਜਨਬੀ ਕੌਣ ਸੀ, ਠੀਕ ਹੈ ਜੀ। ਉਸਨੇ ਪਖੋਮ ਨੂੰ ਕੀ ਜਾਣਕਾਰੀ ਦਿੱਤੀ। ਤਾਂ ਦੋਸਤੋ ਦਾ ਸਟ੍ਰੇਂਜਰ ਵਾਜ਼ ਅ ਪੀਜ਼ੈਂਟ, ਯਾਨੀ ਕਿ ਦੋਸਤੋ ਜਿਹੜਾ ਉਹ ਅਜਨਬੀ ਕਿਸਾਨ ਸੀਗਾ, ਠੀਕ ਹੈ ਜੀ। ਹੀ ਟੋਲਡ ਪਖੋਮ ਦੈਟ ਹੀ ਹੈਡ ਕਮ ਫਰੋਮ ਬਿਯੋਂਡ ਦਾ ਵੋਲਗਾ। ਯਾਨੀ ਕਿ ਦੋਸਤੋ ਉਸਨੇ ਪਖੋਮ ਨੂੰ ਦੱਸਿਆ ਕਿ ਉਹ ਵੋਲਗਾ ਦੇ ਪਾਰ ਤੋਂ ਆਇਆ ਹੈ, ਠੀਕ ਹੈ ਜੀ। ਹੀ ਸੈਡ ਦੈਟ ਦਾ ਲੈਂਡ ਦੇਰ ਵਾਜ਼ ਅ ਵੈਰੀ ਫਰਟਾਈਲ। ਯਾਨੀ ਕਿ ਦੋਸਤੋ ਉਸਨੇ ਕਿਹਾ ਕਿ ਉੱਥੇ ਦੀ ਜ਼ਮੀਨ ਬਹੁਤ ਹੀ ਜਿਹੜੀ ਉਪਜਾਊ ਸੀ। ਦਾ ਰਾਈ ਸਾਊਨ ਔਨ ਇਟ ਗ੍ਰਿਊ ਐਜ਼ ਹਾਈ ਐਜ਼ ਹੋਰਸ। ਯਾਨੀ ਕਿ ਦੋਸਤੋ ਇਸ ਉੱਤੇ ਦੋਸਤੋ ਬੀਜੀ ਗਈ ਰਾਈ ਘੋੜੇ ਵਾਂਗ ਉੱਚੀ ਹੋ ਗਈ, ਠੀਕ ਹੈ ਜੀ। ਇਹ ਉਸਨੇ ਦੱਸਿਆ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਵਾ 8ਵਾਂ ਪ੍ਰਸ਼ਨ ਕਿ ਅ ਟਰੇਡਰ ਟੋਲਡ ਪਖੋਮ ਸਮਥਿੰਗ ਅਬਾਊਟ ਦ ਲੈਂਡ ਵਸ਼ੀਕਸ। ਹਾਂਜੀ, ਵਸ਼ੀਕਰਸ ਵਟ ਵਾਜ਼ ਇਟ। ਯਾਨੀ ਕਿ ਦੋਸਤੋ ਵਸ਼ੀਕਰਸ, ਠੀਕ ਹੈ ਜੀ। ਤਾਂ ਦੋਸਤੋ ਇਹਦੇ ਵਿੱਚ ਇਹੀ ਕਿਹਾ ਗਿਆ ਵਾ ਕਿ ਇੱਕ ਵਪਾਰੀ ਨੇ ਪਖੋਮ ਨੂੰ ਵਸ਼ੀਕਰ ਦੀ ਧਰਤੀ ਬਾਰੇ ਕੁਝ ਦੱਸਿਆ, ਇਹ ਕੀ ਸੀ, ਠੀਕ ਹੈ ਜੀ। ਤਾਂ ਦੋਸਤੋ ਹੀ ਟੋਲਡ ਪਖੋਮ ਦੈਟ ਵਸ਼ੀਕਰਸ ਹੈਡ ਪਲੈਂਟੀ ਆਫ ਲੈਂਡ, ਇਟ ਵਾਜ਼ ਨੀਅਰ ਅ ਰਿਵਰ ਵਾਜ਼ ਵੈਰੀ ਫਰਟਾਈਲ, ਦੇ ਸੋਲਡ ਇਟ ਅ ਵੈਰੀ ਲੋ ਪ੍ਰਾਈਸ 13,000 ਏਕੜਸ ਫॉर ਓਨਲੀ 1000 ਰਬਲਸ। ਯਾਨੀ ਕਿ ਦੋਸਤੋ ਉਸਨੇ ਪਖੋਮ ਨੂੰ ਦੱਸਿਆ ਕਿ ਵਸ਼ੀਕਰ ਕੋਲ ਕਾਫੀ ਜ਼ਮੀਨ ਸੀ, ਠੀਕ ਹੈ ਜੀ। ਇਹ ਇੱਕ ਨਦੀ ਦੇ ਕਿਨਾਰੇ ਨੇੜੇ ਅਤੇ ਬਹੁਤ ਹੀ ਉਪਜਾਊ ਸੀ, ਠੀਕ ਹੈ ਜੀ। ਉਹਨੇ ਉਸ ਨੂੰ ਦੋਸਤੋ ਬਹੁਤ ਘੱਟ ਕੀਮਤ 'ਤੇ ਵੇਚਿਆ 13,000 ਏਕੜ ਸਿਰਫ ਦੋਸਤੋ 1000 ਰਬਲ ਲਈ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਕਿਸੇ ਦਾ ਆਪਣਾ ਅਗਲਾ ਪ੍ਰਸ਼ਨ। ਹਾਂਜੀ, ਤਾਂ ਦੇਖੋ ਦੋਸਤੋ ਕਿ ਹੂ ਵਰ ਦਾ ਵਸ਼ੀਕਰਸ, ਹਾਊ ਡਿਡ ਪਖੋਮ ਮੇਕ ਫਰੈਂਡ ਵਿਦ ਦੈਮ। ਯਾਨੀ ਕਿ ਦੋਸਤੋ ਵਸ਼ੀਕਰ ਕੌਣ ਸੀ, ਪਖੋਮ ਨੇ ਉਹਨਾਂ ਨਾਲ ਦੋਸਤੀ ਕਿਵੇਂ ਕੀਤੀ। ਤਾਂ ਦੇਖੋ ਦੋਸਤੋ ਦਾ ਵਸ਼ੀਕਰ were very simple people, they lived in tents, they had plenty of land, ਪਖੋਮ made friend with them giving the various gift। ਯਾਨੀ ਕਿ ਦੋਸਤੋ ਵਸ਼ੀਕਰ ਬੜੇ ਹੀ ਸਾਦੇ ਦਿਲ ਦਾ ਲੋਕ ਸਨ, ਠੀਕ ਹੈ ਜੀ। ਉਹ ਤੰਬੂਆਂ ਵਿੱਚ ਰਹਿੰਦੇ ਸਨ ਤੇ ਉਹ ਦੋਸਤੋ ਉਹਨਾਂ ਕੋਲ ਦੋਸਤੋ ਜਿਹੜੀ ਕਾਫੀ ਜ਼ਮੀਨ ਸੀ। ਪਖੋਮ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਤੋਹਫੇ ਦੇ ਕੇ ਉਹਨਾਂ ਨਾਲ ਦੋਸਤੀ ਕੀਤੀ, ਠੀਕ ਹੈ ਜੀ। ਅੱਗੇ ਦੋਸਤੋ ਆਪਣਾ 10ਵਾਂ ਪ੍ਰਸ਼ਨ ਕਿ ਵਸ਼ੀਕਰ ਵਾਂਟਡ ਟੂ ਰੀਪੇ ਪਖੋਮ ਫॉर ਹਿਸ ਗਿਫਟ, ਵਟ ਡਿਡ ਪਖੋਮ ਵਾਂਟਸ ਫਰੋਮ ਦੈਮ। ਯਾਨੀ ਕਿ ਦੋਸਤੋ ਕਿ ਵਸ਼ੀਕਰ ਪਖੋਮ ਨੂੰ ਉਸਦੇ ਤੋਹਫਿਆਂ ਲਈ ਵਾਪਸ ਕਰਨਾ ਚਾਹੁੰਦੇ ਸਨ। ਪਖੋਮ ਨੇ ਉਹਨਾਂ ਤੋਂ ਜਿਹੜਾ ਹੈਗਾ ਕੀ ਚਾਹੁੰਦਾ ਸੀ, ਠੀਕ ਹੈ ਜੀ। ਤਾਂ ਦੋਸਤੋ ਪਖੋਮ ਵਾਂਟਡ ਫਰੋਮ ਦੈਮ ਦੇਅਰ ਲੈਂਡ, ਇਟ ਵਾਜ਼ ਫॉर ਹਿਸ ਪਰਪਸ ਓਨਲੀ ਦੈਟ ਹੀ ਹੈਡ ਕਮ ਦੇਅਰ। ਯਾਨੀ ਕਿ ਦੋਸਤੋ ਪਖੋਮ ਉਹਨਾਂ ਤੋਂ ਆਪਣੀ ਜ਼ਮੀਨ ਚਾਹੁੰਦਾ ਸੀ, ਇਸ ਮਕਸਦ ਲਈ ਦੋਸਤੋ ਉਸਨੇ ਉੱਥੇ ਆਏ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਅਗਲਾ ਪ੍ਰਸ਼ਨ ਕੀ ਹੈ, ਵਟ ਇਜ਼ ਦਾ ਮੋਰਲ ਆਫ ਦਾ ਸਟੋਰੀ। ਯਾਨੀ ਕਿ ਦੋਸਤੋ ਕਹਾਣੀ ਦਾ ਨੈਤਿਕਤਾ ਯਾਨੀ ਕੀ ਮੋਰਲ ਹੈ। ਤਾਂ ਦੋਸਤੋ ਦੇਖੋ, ਮੈਨਸ ਫਿਜ਼ੀਕਲ ਨੀਡਸ ਔਨ ਦਿਸ ਅਰਥ ਆਰ ਨਾਟ ਮੈਨੀ। ਯਾਨੀ ਕਿ ਦੋਸਤੋ ਇਸ ਧਰਤੀ 'ਤੇ ਮਨੁੱਖ ਦੀਆਂ ਜਿਹੜੀਆਂ ਹੈਗੀਆਂ ਸਰੀਰਕ ਲੋੜਾਂ ਬਹੁਤ ਨਹੀਂ ਹਨ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਕੀ ਹੈ, ਯਟ ਹੀ ਕੀਪਸ ਹੰਗਰਿੰਗ ਫॉर ਦੈਮ ਆਲ ਹਿਜ਼ ਲਾਈਫ। ਯਾਨੀ ਕਿ ਦੋਸਤੋ ਉਹ ਸਾਰੀ ਉਮਰ ਉਹਨਾਂ ਲਈ ਭੁੱਖਾ ਰਹਿੰਦਾ ਹੈ, ਠੀਕ ਹੈ ਜੀ। ਫਿਰ ਵੀ ਉਹ ਸਾਰੀ ਉਮਰ ਉਹਨਾਂ ਲਈ ਜਿਹੜਾ ਹੈਗਾ ਭੁੱਖਾ ਰਹਿੰਦਾ ਹੈ, ਠੀਕ ਹੈ ਜੀ। ਹੀ ਨੈਵਰ ਫੀਲਸ ਸੈਟਿਸਫਾਈਡ ਟਿਲ ਹੀ ਮੀਟਸ ਹਿਜ਼ ਐਂਡ। ਯਾਨੀ ਕਿ ਦੋਸਤੋ ਉਹ ਕਦੇ ਵੀ ਸੰਤੁਸ਼ਟ ਮਹਿਸੂਸ ਨਹੀਂ ਕਰਦਾ ਜਦੋਂ ਤੱਕ ਉਹ ਆਪਣੇ ਅੰਤ ਨੂੰ ਪੂਰਾ ਨਹੀਂ ਕਰਦਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਹੀ ਲਿਖਿਆ ਹੋਇਆ ਵਾ, ਠੀਕ ਹੈ। ਤੇ ਉਸ ਤੋਂ ਬਾਅਦ ਦੋਸਤੋ ਤੁਹਾਡਾ ਸੈਂਟਰਲ ਆਈਡੀਆ ਵਾ, ਠੀਕ ਹੈ ਜੀ। ਤਾਂ ਦੋਸਤੋ ਆਹ ਜਿਹੜਾ ਸੈਂਟਰਲ ਆਈਡੀਆ ਵਾ, ਤੁਹਾਨੂੰ ਸੈਂਟਰਲ ਆਈਡੀਆ ਇੱਕ ਹੀ ਤੁਹਾਡੀ ਪੋਇਮ ਆ ਤੁਹਾਡੇ ਅਕਤੂਬਰ ਨਵੰਬਰ ਦੇ ਅਕੋਰਡਿੰਗ ਦੇਖਿਆ ਜਾਏ ਤਾਂ ਇੱਕ ਹੀ ਰਜੀਆ ਦਾ ਟਾਈਗਰਸ ਆਹ ਇੰਪੋਰਟੈਂਟ ਆ। ਇਸ ਨੂੰ ਚੰਗੀ ਤਰ੍ਹਾਂ ਕਰ ਲਿਓ, ਇਹ ਤੁਹਾਡੇ ਜਿਹੜੇ ਹੈਗਾ ਐਗਜ਼ਾਮ ਦੇ ਵਿੱਚ ਪੱਕਾ ਆਊਗੀ, ਠੀਕ ਹੈ ਜੀ। ਤਾਂ ਦੋਸਤੋ ਵਟ ਇਜ਼ ਥੀਮ ਜਾਂ ਫਿਰ ਸੈਂਟਰਲ ਆਈਡੀਆ ਜੋ ਮਰਜ਼ੀ ਤੁਹਾਡੇ ਤੋਂ ਪੁੱਛ ਲੈਣ, ਤੁਸੀਂ ਇਸ ਨੂੰ ਲਿਖ ਦੇਣਾ ਵਾ। ਤਾਂ ਦੋਸਤੋ ਦੇਖੋ ਸੈਂਟਰਲ ਆਈਡੀਆ ਕਿਸ ਤਰ੍ਹਾਂ ਦਾ ਵਾ ਇਸਦਾ ਕਿ ਦਿਸ ਪੋਇਮ ਇਜ਼ ਅੰਡਰਲਾਈਨ ਦਾ ਗ੍ਰੇਵ ਡੇਂਜਰ ਟੂ ਵਾਈਲਡ ਲਾਈਫ ਰਿਜ਼ਲਟਿੰਗ ਫਰੋਮ ਦਾ
डिस्ट्रक्शन ऑफ फॉरेस्ट, यानी कि दोस्तों ये कविता जंगल की तबाही के नतीजे वजों जंगली जीवां के गंभीर खतरे नूं रेखांकित करती है। ठीक है जी। मैन हैज़ असरप्ट, हाँ जी, यू असरप्ट द लैंड बिलोंगिंग टू वाइल्ड एनिमल्स, नाउ द पुअर एनिमल हैव नाउ वेयर टू लिव, दे लाइव इन द डेंजर ऑफ पोचर्स। ठीक है जी। यानी कि दोस्तों ये आही आ कि मनुख ने जंगली जानवरों ਨੂੰ ਜ਼ਮੀਨ ਜਿਹੜੀ ਹੈ ਹੜਪ ਲਈ ਹੈ। ਠੀਕ ਹੈ ਜੀ। ਮਨੁੱਖਾਂ ਨੇ ਹੁਣ ਦੋਸਤੋ ਗਰੀਬ ਪਸ਼ੂਆਂ ਕੋਲ ਰਹਿਣ ਲਈ ਥਾਂ ਨਹੀਂ ਹੈ। ਠੀਕ ਹੈ ਜੀ। ਉਹ ਸ਼ਿਕਾਰੀਆਂ ਦੇ ਖਤਰੇ ਵਿੱਚ ਰਹਿੰਦੇ ਹਨ ਤੇ ਉਸ ਦਾ ਸ਼ਿਕਾਰ ਹੋ ਜਾਂਦੇ ਹਨ। ਠੀਕ ਹੈ ਜੀ। ਤੇ ਇਸ ਦਾ ਆਹੀ ਆ ਸੈਂਟਰਲ ਆਈਡੀਆ ਰਜੀਆ ਦਾ ਟਾਈਗਰਸ ਦਾ ਸੈਂਟਰਲ ਆਈਡੀਆ ਹੋ ਗਿਆ ਆਪਣਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹ ਹੋ ਗਿਆ, ਹਾਂਜੀ। ਤੇ ਉਸ ਤੋਂ ਬਾਅਦ ਦੋਸਤੋ ਹੁਣ ਇਹਦੇ ਵਿੱਚ ਜਿਹੜਾ ਹੈਗਾ ਤੁਹਾਡੇ ਸਟੈਂਜਾ ਵੀ ਹੋ ਸਕਦੇ ਹਨ। ਠੀਕ ਹੈ ਜੀ। ਸਟੈਂਜਾ ਵੀ ਆ ਸਕਦੇ ਹਨ ਕਿ ਬਈ ਇਹਦਾ ਸਟੈਂਜਾ ਦੱਸੋ। ਤਾਂ ਦੋਸਤੋ ਦੇਖੋ ਸਟੈਂਜਾ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਬਣੇਗਾ। हाँ जी। तो एक आह वैरी इंपॉर्टेंट आप स्टैंजा जोड़े है टिक किए हुए हैं, जिमें कि अगर तुहाडे आह लाइनिंग आ जाऊगी, आह दिता होगा तो इत्थे पढ़ के फिर तुसीं आह क्वेश्चनों के आंसर देने हैं। ठीक है जी। तो जिमें कि दोस्तों इत्थे लिखा है ऊपर इन्होंने द टाइगर्स रजिया लाइव्स अलोन। ठीक है जी। अगे की लिखा इन्होंने कि हर टू कब्स हैव नॉट येट। ठीक है जी। तो उस तो बाद दोस्तों लिखा इन्होंने कि बीन नेम्ड, शेरू बेरली प्लेड विद दैम एंड नाउ इज गोन, ओ वट आ शेम। यानी कि हुण दोस्तों ये तुहानूं दिता होगा, यानी कि ये आही लिखा कि बाघ रजिया इकल्ली रहिंदी सी, उसके दो बच्चों का, ठीक है जी, हजे नाम भी नहीं रखा सीगा। ठीक है जी। तो शेरू उन्हां नाल मुश्किल नाल खेडिया तो दोस्तों वो चला गया। ये किन्नी शर्म की गल है। ठीक है जी। आही लिखा है तो ये तुहानूं पुछ लैणगे तो हुण इहदा विद आह क्वेश्चन तुसीं पढ़ आह क्वेश्चन ने जिवें कि आह नेम द पोएम एंड द पोएट, इहदा आंसर किस तरह का तुसीं लिखोगे। देखो दोस्तों कि नेम द पोएम ऑफ द पोएट इज़ रजिया द टाइगर, मतलब पोएम हैगी रजिया द टाइगर्स एंड द पोएट कौन आ, केकी एन दारू वाला इज द पोएट हैगे ने। ठीक है जी। जोड़े है कवि है। अगला प्रश्न क्या है, हु वर द रजिया एंड द शेरू, यानी कि दोस्तों रजिया ते शेरू कौन सन। तो दोस्तों जोड़े है रजिया वाज अ फीमेल टाइगर एंड द शेरू वाज अ मेल। ठीक है जी। तो उस तो बाद दोस्तों वट हैड शेरू डन। ठीक है जी। यानी कि दोस्तों जोड़ा है शेरू ने दोस्तों की किया सी। तो दोस्तों शेरू हैड लैफ्ट रजिया, यानी कि दोस्तों वो रजिया नूं छड्ड के चला गया सी। ठीक है जी। उस तो बाद दोस्तों आ वाला वा तुहाडा, तो इत्थों तो लैके दोस्तों इत्थे तक इसनूं चंगी तरह तुसीं पहले रीड करो ताकि तुहानूं भी यह जिहड़ा हैगा वा समझ आ सके। ठीक है। अगर तुसीं रीड नहीं करोगे तो तुहानूं भी समझ नहीं आएगा। ठीक है जी। इसलिए चंगी तरह इसनूं इत्थों तो लैके पहले रीड करो। शेरू वाज एन एक्सपर्ट ऑन वाइंड्स, यानी कि दोस्तों शेरू हवा दा माहर सी, न्यू हाउ द ट्रैवर्स्ड डेल एंड हिल एंड वेयर दे पुट अप फॉर नाइट वैन नो लीफ स्ट्रीड एंड ऑल वाज स्टिल, यानी कि दोस्तों जानता सीगा कि वो डोल ਅਤੇ पहाड़ी ਨੂੰ ਕਿਵੇਂ ਪਾਰ ਕਰਦੇ ਹੈ ਸਨ। ठीक है जी। उन्होंने राहत ਜਿਹੜੀ है रातों बैनी ਲਈ दोस्तों कित्थे रखिया सी, ਜਦੋਂ कोई भी पता नहीं सी चलता। ठीक है जी। ਜਦੋਂ कोई पता नहीं सी हिलदा। ठीक है जी। सब कुछ अजे भी नहीं सी। ठीक है जी। आही ਦੇ लिखा होया वा। तो हुण इसका आंसर देख लेने आप क्वेश्चन ये की बनणगे। तो दोस्तों देखो हु वाज शेरू, यानी कि दोस्तों तुहानूं पता ही है कि शेरू वाज अ मेल टाइगर। ठीक है जी। तो उस तो बाद दोस्तों इन्होंने लिखा है कि वट स्पैशल, हाँ जी, वट स्पैशल नॉलेज डिड ही हैव, यानी कि दोस्तों कि बई उस कोल केड़ा विशेष ज्ञान सीगा। ठीक है जी। वट डज द वर्ड दे हेयर रेफर टू, यानी कि दोस्तों इत्थे वो शब्द का की अर्थ है। ठीक है जी। तो दोस्तों देखो वर्ड इत्थे दोस्तों जिहड़ा दे शब्द का की अर्थ है इत्थे इन्हां विच आह पुछया होया वा। तो दोस्तों देखो शेरू वाज अ मेल टाइगर, तुहानूं पता ही है कि शेरू दोस्तों जिहड़ा हैगा वा नर बाघ सीगा। ठीक है जी। तो ही वाज एन एक्सपर्ट, दूसरे का आंसर आ जाएगा, दूसरे का आंसर किया जाएगा दोस्तों, हाँ जी, दूसरे का आंसर है दोस्तों कि ही वाज एन एक्सपर्ट इन दी नॉलेज ऑफ वाइंड्स एंड देयर डायरैक्शन, यानी कि दोस्तों ठीक है जी वो हवावां ते उन्हां दियां दिशावां ते ज्ञान विच वो माहर सीगा। ठीक है जी। अगला है दोस्तों वट डज द वर्ड दे हेयर रेफर टू, यानी कि दोस्तों इत्थे वो शब्द दा हवावां नूं दर्शाउंदा है। ठीक है जी। इसका आंसर ये हो जाएगा इत्थे। अगला है दोस्तों तुसीं देख सकते हो कि सब तो पहले दोस्तों स्क्रीन रोको, इत्थे तो लैके इत्थे तक इसनूं चंगी तरह रीड करो। आ वाला जिहड़ा हुण अगला दिता होया वा, जब तक मैं भी रीड करदा ताकि मैनूं भी समझ आ सके। ठीक है जी। तो तुसीं भी स्क्रीन नूं रोक के आ जिहड़ा मैं दस्सिया तुहानूं ही न्यू हिज वाइंड्स हिज ट्रैफिक, ठीक है जी, इसनूं जिहड़ा हैगा चंगी तरह अपना रीड कर लो। ठीक है जी। तो इस तो बाद दोस्तों की लिखिया इन्हां ने, हाँ जी, ही न्यू हिज वाइंड्स देयर ट्रैफिक लेंस, ही न्यू द डियर वुड स्मैल हिम आउट इफ दे वेयर डाउन वाइंड, सो ही वुड वैली क्राउल एंड द क्राउच। ठीक है जी। यानी कि दोस्तों उस जिहड़ेगा वो उस दियां हवावां नूं जाणदा सी, ਉਹ ਆਵਾਜਾਈ ਦੇ ਰਸਤੇ ਨੂੰ ਉਹ ਜਾਣਦਾ ਸੀਗਾ ਕਿ ਹਿਰਨ ਉਸ ਨੂੰ ਸੁੰਘ ਲਵੇਗਾ ਜੇ ਉਹ ਥੱਲੇ ਹਵਾ ਸਨ, ਇਸ ਲਈ ਉਹ ਠੀਕ ਹੈ ਜੀ ਦੋਸਤੋ ਕੀ ਹੈ ਉਹ ਬਿੱਲੀ ਕਰੋਲ ਅਤੇ ਝੁਕਦਾ ਰਹੇਗਾ। ਠੀਕ है। हुण दे सवाल किस तरह के बनेंगे, तो देखो दोस्तों वट डज दिस लाइन्स रेफर टू, यानी कि दोस्तों
कि बई ਇਹ ਲਾਈਨਾਂ ਕਿਸ ਦਾ ਹਵਾਲਾ ਦਿੰਦੀਆਂ ਹਨ। ਤਾਂ ਦੋਸਤੋ ਦਿਸ ਲਾਈਨਸ ਰੈਫਰ ਟੂ ਸ਼ੇਰੂ ਦਾ ਮੇਲ ਟਾਈਗਰ, ਯਾਨੀ ਕਿ ਦੋਸਤੋ ਇਹ 17 ਸ਼ੇਰੂ ਨਰ ਬਾਗ ਜਿਹੜਾ ਹੈਗਾ ਦਰਸਾਉਂਦੀਆਂ ਹਨ। ਠੀਕ ਹੈ ਜੀ, ਇਹ 17 ਜਿਹੜੇ ਹੈਗੇ ਸ਼ੇਰੂ ਨਰ ਬਾਗ ਨੂੰ ਦਰਸਾਉਂਦੀਆਂ ਹਨ। ਠੀਕ ਹੈ, ਤੇ ਦੂਸਰਾ ਪ੍ਰਸ਼ਨ ਕੀ ਦੋਸਤੋ, ਹਾਊ ਡਿਡ ਹੀ ਅਵੋਇਡ ਬਿੰਗ ਸਮੈਲਟ ਆਊਟ ਬਾय द ਡੀਅਰ, ਯਾਨੀ ਕਿ ਦੋਸਤੋ ਕਿ ਉਹ ਹਿਰਨ ਦੁਆਰਾ ਜਿਹੜਾ ਹੈਗਾ ਦੋਸਤੋ ਪਿਘਲਣ ਤੋਂ ਕਿਵੇਂ ਬਚਿਆ। ਠੀਕ ਹੈ ਜੀ, ਤਾਂ ਦੋਸਤੋ ਹੀ ਵੁੱਡ ਆਲਵੇਜ਼ ਬੀ ਔਨ ਦਾ ਅਪਸਾਈਡ ਆਫ ਵਾਈਂਡ ਕੀਪਿੰਗ ਦਾ ਡੀਅਰ ਔਨ ਦਾ ਡਾਊਨ ਸਾਈਡ, ਯਾਨੀ ਕਿ ਦੋਸਤੋ ਉਹ ਹਮੇਸ਼ਾ ਹਵਾ ਦੇ ਉਲਟ ਅਤੇ ਹਿਰਨ ਦੇ ਨੀਵੇਂ ਪਾਸੇ ਰੱਖਦਾ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਹੈ ਤੀਸਰਾ ਪ੍ਰਸ਼ਨ ਕਿ ਵਾਈ ਵੁੱਡ ਦ ਟਾਈਗਰ ਕਰਾਉਲ ਐਂਡ ਕਰਾਊਚ, ਯਾਨੀ ਕਿ ਦੋਸਤੋ ਸ਼ੇਰ ਕਿਉਂ ਰਿੰਗਦਾ ਤੇ ਝੁਕਦਾ ਹੈ। ਤਾਂ ਦੋਸਤੋ ਹੀ ਵੁੱਡ ਕਰਾਉਲ ਐਂਡ ਕਰਾਊਚ ਟੂ ਕੀਪ ਹਿਮਸੈਲਫ ਇਨਵਿਜ਼ਲ ਫਰੋਮ ਦਾ ਡੀਅਰ, ਯਾਨੀ ਕਿ ਦੋਸਤੋ ਉਹ ਆਪਣੇ ਆਪ ਨੂੰ ਹਿਰਨ ਅਤੇ ਅਦਿੱਖ ਰੱਖਣ ਲਈ ਰਿੰਗਦਾ ਤੇ ਝੁਕਦਾ ਰਹਿੰਦਾ ਹੈ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਦੋਸਤੋ ਆਪਣਾ ਇਹ ਆਖਰੀ ਆ, ਤਾਂ ਸਕਰੀਨ ਨੂੰ ਰੋਕ ਕੇ ਆਹ ਜਿਹੜਾ ਪੈਰਾ ਦਿੱਤਾ ਹੋਇਆ ਵਾ, ਠੀਕ ਹੈ ਜੀ, ਇੱਥੋਂ ਤੋਂ ਲੈ ਕੇ ਇੱਥੇ ਤੱਕ ਇਸ ਨੂੰ ਰੀਡ ਕਰੋ, ਤਾਂ ਕਿ ਅਗਰ ਤੁਸੀਂ ਇਸ ਨੂੰ ਰੀਡ ਕਰੋਗੇ ਤਾਂ ਤੁਹਾਡੇ ਮਾਈਂਡ ਦੇ ਵਿੱਚ ਵੀ ਜਿਹੜਾ ਹੈਗਾ ਫਿੱਟ ਹੋਵੇਗਾ ਤੇ ਤੁਸੀਂ ਵੀ ਖੁਦ ਵੀ ਆਨਸਰ ਇਸ ਦੇ ਸਕਦੇ ਹੋ। ਤਾਂ ਦੋਸਤੋ ਆਈ ਹੋਪ ਤੁਸੀਂ ਇੱਥੇ ਤੱਕ ਲੈ ਕੇ ਇੱਥੇ ਰੀਡ ਕਰ ਲਿਆ ਹੋਣਾ। ਇਹਦੇ ਵਿੱਚ ਆਹੀ ਲਿਖਿਆ ਹੈ ਕਿ ਵੇਅਰ ਦਾ ਮਾਈਂਡ ਇਜ਼ ਦਾ ਵਿਦਾਊਟ ਫੀਅਰ ਐਂਡ ਹੇਅਰ ਇਜ਼ ਹੈਲਡ ਹਾਈ। ਠੀਕ ਹੈ ਜੀ, ਤਾਂ ਦੋਸਤੋ ਦੇਖੋ ਇਹ ਦੂਸਰੀ ਆ ਗਈ, ਇਹ ਤੁਸੀਂ ਰਹਿਣ ਦਿਓ ਕਰਨ ਨੂੰ ਦੋਸਤੋ, ਆਪਾਂ ਇੱਥੇ ਤੱਕ ਹੀ ਕਰਾਂਗੇ ਕਿਉਂਕਿ ਆਹ ਜਿਹੜਾ ਵੇਅਰ ਦਾ ਮਾਈਂਡ ਵਿਦਾਊਟ ਫੀਅਰ ਹੈ ਨਾ ਦੋਸਤੋ, ਇਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗਾ ਅਕਤੂਬਰ ਨਵੰਬਰ ਦੇ ਵਿੱਚ। ਠੀਕ ਹੈ ਜੀ, ਆਪਾਂ ਬਸ ਆਹ ਰਜੀਆ ਦਾ ਟਾਈਗਰਸ ਵਾਲਾ ਹੀ ਕਰਨਾ ਸੀਗਾ। ਠੀਕ ਹੈ, ਆਹ ਸ਼ੇਰੂ ਜਿਹਦੇ ਵਿੱਚ ਸੀਗਾ ਰਜੀਆ ਦਾ ਟਾਈਗਰਸ ਸ਼ੇਰੂ, ਠੀਕ ਹੈ, ਉਸਦੇ 2 ਕਬ ਸੀਗੇ। ਤਾਂ ਦੋਸਤੋ ਆਹ ਤਾਂ ਤੁਹਾਡੀ ਨੈਕਸਟ ਪੋਇਮ ਹੋਗੀ ਵੇਅਰ ਦਾ ਮਾਈਂਡ ਫੇਅਰ, ਆਹ ਕੱਟ ਦਿਓ, ਆਹ ਰਹਿਣ ਦਿਓ ਕਰਨ, ਕਿਉਂਕਿ ਆਹ ਤੁਹਾਡੇ ਐਗਜ਼ਾਮ ਦੇ ਵਿੱਚ ਸ਼ਾਇਦ ਨਹੀਂ ਆਊਗੀ ਸਿਲੇਬਸ ਦੇ ਵਿੱਚ ਨਹੀਂ ਹੈਗਾ, ਤਾਂ ਐਗਜ਼ਾਮ ਦੇ ਵਿੱਚ ਕਿਵੇਂ ਆ ਸਕਦੀ ਆ। ਠੀਕ ਹੈ, ਤਾਂ ਆਪਣਾ ਦੋਸਤੋ ਆਹੀ ਹੋ ਗਿਆ ਮੇਨ, ਆਪਾਂ ਜਿਹੜੇ ਕਰਾਏ ਨੇ ਇਹਦੇ ਵਿੱਚੋਂ ਆ ਸਕਦੇ ਆ। ਠੀਕ ਹੈ ਜੀ, ਆਲ ਓਵਰ ਦੋਸਤੋ ਅਸੀਂ ਸਾਰਾ ਕੁਝ ਤੁਹਾਨੂੰ ਕਰਾ ਦਿੱਤਾ, ਸਟੈਂਜਾ ਹੋ ਗਈ, ਪੋਇਮ ਹੋ ਗਈ, ਸੈਂਟਰਲ ਆਈਡੀਆ ਹੋ ਗਿਆ, ਸਪਲੀਮੈਂਟਰੀ ਹੋ ਗਿਆ, ਮੇਨ ਕੋਰਸ ਹੋ ਗਿਆ। ਠੀਕ ਹੈ ਜੀ, ਗ੍ਰਾਮਰ ਦਾ ਪੋਰਸ਼ਨ ਤੁਹਾਡਾ ਰਹਿ ਗਿਆ। ਦੋਸਤੋ ਅਗਰ ਤੁਹਾਡਾ ਇਸ ਵੀਡੀਓ ਤੇ ਪਿਆਰ ਆਏਗਾ ਤਾਂ ਅਸੀਂ ਗ੍ਰਾਮਰ ਦਾ ਪੋਰਸ਼ਨ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਠੀਕ ਹੈ ਜੀ, ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਠੀਕ ਹੈ, ਗ੍ਰਾਮਰ ਦਾ ਪੋਰਸ਼ਨ ਜਿਵੇਂ ਕਿ ਤੁਹਾਡੇ ਪੈਰਾਗ੍ਰਾਫ ਹੋ ਗਏ, ਲੈਟਰ ਹੋ ਗਈਆਂ, ਗ੍ਰਾਮਰ ਦੇ ਪੋਰਸ਼ਨ ਡਿਟਰਮਾਈਨਸ, ਪ੍ਰਪੋਜੀਸ਼ਨ ਵਗੈਰਾ, ਅਗਰ ਤੁਹਾਡਾ ਪਿਆਰ ਆਇਆ ਇਸ ਵੀਡੀਓ ਤੇ ਤਾਂ ਅਸੀਂ ਜ਼ਰੂਰ ਲੈ ਕੇ ਆਵਾਂਗੇ। ਠੀਕ ਹੈ ਜੀ, ਬਾਕੀ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ।